ਕਰਤਾਰਪੁਰ ਸਾਹਿਬ ਧਰਮਸਾਲ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਰਮੇਸ਼ਵਰ ਦੇ ਨਾਮ ਰੰਗ ਦੇ ਵਿੱਚ ਰੰਗ ਰਹੇ ਹਨ। ਮਨਾਂ ਦੇ ਵਿਤਕਰੇ ਮਿਟਾ ਰਹੇ ਨੇ। ਉੱਥੇ ਨਾਲ ਨਾਲ ਸਤਿਗੁਰੂ ਜੀ ਕਿਰਤ ਕਰਨਾ ਵੀ ਸਿਖਾ ਰਹੇ ਨੇ। ਔਰ ਜੋ ਧਰਮਸਾਲ ਦੇ ਵਿੱਚ ਨਾਮ ਸਿਮਰਨ ਹੁੰਦਾ ਹੈ ਔਰ ਜੋ ਕਿਰਤ ਵਿੱਚੋਂ ਕਮਾਈ ਹੁੰਦੀ ਹੈ ਉਹਨੂੰ ਵੰਡ ਕੇ ਛਕਣਾ ਵੀ ਸਿਖਾਉਂਦੇ ਨੇ। ਇਹ ਤਿੰਨ ਸਿਧਾਂਤ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਔਰ ਕਰਤਾਰਪੁਰ ਸਾਹਿਬ ਦੇ ਵਿੱਚ ਇਹ ਤਿੰਨੇ ਚੀਜ਼ਾਂ, ਤਿੰਨੇ ਸਿਧਾਂਤ ਵੇਖਣ ਨੂੰ ਮਿਲਦੇ ਨੇ। ਜਿੱਥੇ ਬੇਅੰਤ ਸਿੱਖ ਸੰਗਤਾਂ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਰਹੀਆਂ ਨੇ, ਉੱਥੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਏ ਨੇ। ਖਡੂਰ ਜੋ ਉਸ ਪਿੰਡ ਦਾ ਨਾਮ ਹੈ, ਜਿਹਨੂੰ ਅੱਜ ਅਸੀਂ ਖਡੂਰ ਸਾਹਿਬ ਆਖਦੇ ਹਾਂ, ਜਿੱਥੇ ਭਾਈ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਅੰਗਦ ਸਾਹਿਬ ਜੀ ਇੱਕ ਹੱਟੀ ਚਲਾਉਂਦੇ ਨੇ, ਸੌਦਾ ਤੋਲ ਕੇ ਦਿੰਦੇ ਨੇ ਔਰ ਸਮੇਂ-ਸਮੇਂ ਦੇ ਨਾਲ ਇੱਕ ਜਥਾ ਲੈ ਕੇ ਦੇਵੀ ਦੀ ਯਾਤਰਾ ਨੂੰ ਜਾਂਦੇ ਨੇ। ਭਾਈ ਜੋਧ ਕੋਲੋਂ ਗੁਰਬਾਣੀ ਸੁਣੀ, ਮਨ ਬੜਾ ਪ੍ਰਭਾਵਿਤ ਹੋਇਆ। ਭਾਈ ਸ਼ੀਹੇ ਦਾ ਸਬਰ ਤੇ ਸੰਤੋਖ ਵੇਖਿਆ, ਮਨ ਬੜਾ ਪ੍ਰਭਾਵਿਤ ਹੋਇਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਵਿੱਚ ਸਬਰ ਔਰ ਸੰਤੋਖ ਵਾਲਾ ਗੁਣ ਕਿੰਨਾ ਵੱਡਾ ਹੈ। ਅੱਜ ਜਦੋਂ ਯਾਤਰਾ ਤੇ ਤੁਰੇ ਨੇ ਤੇ ਕਰਤਾਰਪੁਰ ਸਾਹਿਬ ਆਪਣੀ ਘੋੜੀ ਦੀ ਲਗਾਮ ਨੂੰ ਖਿੱਚਦਿਆਂ ਆਪਣੀ ਜਥੇ ਨੂੰ ਆਖਿਆ ਵੀ ਤੁਸੀਂ ਇੱਥੇ ਰੁਕੋ। ਜਿਹਦੀ ਮੈਂ ਇੰਨੀ ਸਿਫਤ ਸੁਣਦਾ ਹਾਂ, ਜਿਹਦੀ ਬਾਣੀ ਸੁਣੀ ਹੈ, ਅੱਜ ਮਨ ਕਹਿੰਦਾ ਵੀ ਉਹਦੇ ਦਰਸ਼ਨ ਕਰਕੇ ਚੱਲਣਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਆਪ ਅੱਗੋਂ ਲੈਣ ਵਾਸਤੇ ਆਉਣਾ, ਕਿਉਂਕਿ ਜਦੋਂ ਅਸੀਂ ਭਾਵਨਾ ਨਾਲ ਗੁਰੂ ਸਾਹਿਬ ਜੀ ਵੱਲ ਚੱਲਦੇ ਹਾਂ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਾ ਹੋਏ ਲੇਤ ਹੈ। ਅਸੀਂ ਆਪਣੇ ਘਰ ਤੋਂ ਭਾਵਨਾ ਵਾਲਾ ਇੱਕ ਕਦਮ ਅੱਗੇ ਵਧਾਈਏ ਤੇ ਰਾਹ ਵਿੱਚ ਆਉਣ ਵਾਲੀਆਂ ਔਂਕੜਾਂ ਮੁਸ਼ਕਲਾਂ ਤੋਂ ਬਚਾ ਕੇ ਆਪਣੇ ਘਰ ਵੱਲ ਨੂੰ ਲੈ ਕੇ ਆਉਣਾ ਕਿ ਮੇਰੇ ਸਤਿਗੁਰੂ ਜੀ ਦਾ ਅਥਾਹ ਪਿਆਰ ਹੈ। ਭਾਈ ਲਹਿਣਾ ਜੀ ਨੂੰ ਲੈ ਕੇ ਆਉਣਾ, ਆਪ ਧਰਮਸਾਲ ਦੇ ਵਿੱਚ ਆ ਕੇ ਬੈਠ ਜਾਣਾ। ਜਦੋਂ ਭਾਈ ਲਹਿਣਾ ਜੀ ਅੰਦਰ ਆਏ, ਦਰਸ਼ਨ ਕੀਤੇ ਤੇ ਇੱਕਦਮ ਹੈਰਾਨੀ ਹੋ ਗਈ ਵੀ ਇਹ ਤੇ ਕੋਈ ਨਹੀਂ ਜਿਹੜੇ ਮੈਨੂੰ ਲੈ ਕੇ ਆਏ ਨੇ ਤੇ ਮੈਂ ਆਪਣੀ ਘੋੜੀ ਤੇ ਸਵਾਰ ਤੇ ਪੈਦਲ ਚੱਲ ਕੇ ਆਏ ਨੇ। ਜਦ ਕਿ ਹੋਣਾ ਚਾਹੀਦਾ ਸੀ ਵੀ ਗੁਰੂ ਨਾਨਕ ਸਾਹਿਬ ਘੋੜੀ ਤੇ ਸਵਾਰ ਹੁੰਦੇ ਤੇ ਮੈਂ ਉਹਨਾਂ ਨੂੰ ਪੈਦਲ ਚੱਲ ਕੇ ਲੈ ਕੇ ਆਉਂਦਾ, ਪਰ ਇਹ ਮੇਰੇ ਕੋਲੋਂ ਬਹੁਤ ਵੱਡਾ ਅਪਰਾਧ ਹੋਇਆ। ਆਪਣੇ ਮਨ ਨੂੰ ਕੋਸਦੇ ਨੇ, ਮਨ ਹੀ ਮਨ ਦੇ ਵਿੱਚ ਇਹ ਘੜਤ ਘੜਦੇ ਨੇ ਕਿ ਜਿਨ੍ਹਾਂ ਦੇ ਦਰਸ਼ਨ ਕਰਨ ਆਇਆ, ਜਿਨ੍ਹਾਂ ਦੇ ਚਰਨ ਪਰਸਨ ਆਇਆ ਤੇ ਮੈਨੂੰ ਸਾਰੇ ਰਾਹ ਪਤਾ ਹੀ ਨਹੀਂ ਲੱਗਾ ਵੀ ਇਹੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਮਨ ਬੜਾ ਪ੍ਰਭਾਵਿਤ। ਭਾਈ ਲਹਿਣਾ ਜੀ ਮਨ ਹੀ ਮਨ ਦੇ ਵਿੱਚ ਇਹ ਵਿਚਾਰ ਕਰਦੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਨਮੁਖ ਬੈਠੇ ਮੁਸਕਰਾਉਂਦੇ ਨੇ। ਅਗਲੇਰੇ ਇਤਿਹਾਸ ਵਿੱਚ ਕਵੀ ਜੀ ਜੋ ਜ਼ਿਕਰ ਕਰ ਰਹੇ ਹਨ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਨ ਕਰੀਏ ਜੀ। ਕੌਣ ਨਾਮ ਨਿਤ ਦੇਹ ਬਤਾਈ। ਹਜੇ ਭਾਈ ਲਹਿਣਾ ਜੀ ਮਨ ਵਿੱਚ ਵਿਚਾਰ ਹੀ ਰਹੇ ਨੇ, ਕਈ ਤਰ੍ਹਾਂ ਦੀਆਂ ਮਨ ਵਿੱਚ ਘਾੜਤਾਂ ਘੜਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਬੋਲੇ। ਸਾਹਿਬ ਜੀ ਨੇ ਆਖਿਆ, ਪੁਰਖਾ ਕੀ ਤੇਰਾ ਨਾਮ ਹੈ? ਸੁਣ ਬੋਲਿਓ ਲਹਿਣਾ ਸੁਖ ਪਾਈ। ਭਾਈ ਲਹਿਣਾ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨਾਂ ਦਾ ਅੱਗੋਂ ਜਵਾਬ ਦਿੰਦੇ ਆ, ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਨੂੰ ਬੜਾ ਸੁੱਖ ਸਕੂਨ ਮਿਲਿਆ ਹੈ। ਇਹ ਸਤਿਗੁਰ ਤੁਮ ਬਖਸ਼ਣ ਹਾਰੇ। ਇਹ ਸਤਿਗੁਰ ਸੱਚੇ ਪਾਤਸ਼ਾਹ, ਤੁਸੀਂ ਸਾਰੀਆਂ ਭੁੱਲਾਂ ਗਲਤੀਆਂ ਬਖਸ਼ਣ ਵਾਲੇ ਹੋ। ਗ੍ਰਾਮ ਖਡੂਰ ਨਿਕੇਤ ਹਮਾਰੇ। ਗ੍ਰਾਮ ਖਡੂਰ, ਗ੍ਰਾਮ ਕਹਿੰਦੇ ਪਿੰਡ, ਜਿਹੜਾ ਮੇਰਾ ਪਿੰਡ ਹੈ ਉਹ ਖਡੂਰ ਹੈ। ਲਹਿਣਾ ਨਾਮ ਕਹਿਤ ਹੈ ਮੇਰਾ। ਖਡੂਰ ਪਿੰਡ ਦੇ ਵਿੱਚ ਮੇਰਾ ਨਿਕੇਤ ਭਾਵ ਘਰ ਹੈ ਔਰ ਨਾਮ ਲਹਿਣਾ ਮੈਨੂੰ ਸਾਰੇ ਜਿਹੜੇ ਆ ਉਹ ਭਾਈ ਲਹਿਣਾ ਕਹਿੰਦੇ ਹਨ। ਸੁਣਿਓ ਸੋ ਜਸ ਮੈਂ ਰਵ ਕੀਆ। ਮੈਂ ਆਪ ਜੀ ਦਾ ਬੜਾ ਜਸ ਸੁਣਿਆ ਹੈ, ਬੜੀ ਆਪ ਜੀ ਦੀ ਮਹਿਮਾ ਸੁਣੀ ਹੈ, ਬੜੇ ਆਪ ਜੀ ਦੀ ਵਡਿਆਈ ਸੁਣੀ ਹੈ। ਬਹੁਤ ਦਿਵਸ ਕੀ ਦਰਸ਼ਨ ਚਾਹੀ। ਔਰ ਜਿੰਨੇ ਸਮੇਂ ਦੇ ਵਿੱਚ ਮੈਂ ਆਪ ਜੀ ਦੀ ਉਸਤਤ ਸੁਣੀ, ਵਡਿਆਈ ਸੁਣੀ, ਮੇਰੇ ਮਨ ਦੇ ਵਿੱਚ ਤੁਹਾਡੇ ਦਰਸ਼ਨਾਂ ਦੇ ਪ੍ਰਤੀ ਲਾਲਸਾ ਪੈਦਾ ਹੋਈ ਤੇ ਮਨ ਉਤਾਵਲਾ ਹੋਣਾ ਸ਼ੁਰੂ ਹੋ ਗਿਆ ਕਿ ਕਦੋਂ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਣਗੇ। ਮਨ ਅਬ ਕਰਕ ਬੋਲ ਲਈਏ ਪਾਹੀ। ਪਰ ਤੁਸੀਂ ਆਪ ਹੀ ਕਿਰਪਾ ਕੀਤੀ। ਮੇਰੇ ਮਨ ਦੀ ਹਾਲਤ ਸੀ, ਮੇਰਾ ਮਨ ਲੋਚਿਆ ਗੁਰ ਦਰਸ਼ਨ ਤਾਈ। ਮੇਰਾ ਤੇ ਮਨ ਲੋਚਦਾ ਸੀ ਗੁਰੂ ਸਾਹਿਬ ਤੁਹਾਡੇ ਦਰਸ਼ਨਾਂ ਦੇ ਤਾਈ। ਹੁਣ ਦੇਖੋ ਇੱਥੇ ਭਾਈ ਲਹਿਣਾ ਜੀ ਨੇ ਇਹ ਨਹੀਂ ਆਖਿਆ ਵੀ ਮੈਂ ਆਇਆ ਤੁਹਾਡੇ ਕੋਲ ਚੱਲ ਕੇ। ਇੱਥੇ ਭਾਈ ਲਹਿਣਾ ਜੀ ਕਹਿੰਦੇ ਆ, ਸਤਿਗੁਰੂ ਜੀ ਮੇਰੇ ਮਨ ਵਿੱਚ ਲਾਲਸਾ ਪੈਦਾ ਹੋਈ ਤੁਹਾਡੇ ਦਰਸ਼ਨਾਂ ਦੀ ਤੇ ਤੁਸੀਂ ਕਿਰਪਾ ਕੀਤੀ ਤੇ ਮੈਨੂੰ ਆਪਣੇ ਪਾਸ ਬੁਲਾ ਲਿਆ। ਅਸੀਂ ਤਕਰੀਬਨ ਲਗਭਗ ਇਹੀ ਕਹਿੰਦੇ ਆ ਕਿ ਅੱਜ ਮੈਂ ਗੁਰਦੁਆਰੇ ਗਿਆ, ਅੱਜ ਮੈਂ ਗੁਰਦੁਆਰਾ ਸਾਹਿਬ ਆਇਆ, ਅੱਜ ਮੈਂ ਸੇਵਾ ਕੀਤੀ, ਅੱਜ ਮੈਂ ਪਾਠ ਕੀਤਾ, ਅੱਜ ਮੈਂ ਕੀਰਤਨ, ਅੱਜ ਮੈਂ ਕਥਾ ਨਾਲ ਜੁੜਿਆ। ਸਾਡੇ ਨਾਲ ਹਰ ਵੇਲੇ ਮੈਂ ਜੁੜੀ ਹੈ। ਪਰ ਭਾਈ ਲਹਿਣਾ ਜੀ ਨੇ ਇਹ ਨਹੀਂ ਆਖਿਆ ਵੀ ਮੇਰੇ ਮਨ ਵਿੱਚ ਲਾਲਸਾ ਸੀ ਤੇ ਮੈਂ ਆਇਆ। ਨਹੀਂ, ਮੇਰੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਲਾਲਸਾ ਸੀ, ਪਰ ਤੁਸੀਂ ਕਿਰਪਾ ਕੀਤੀ ਜੋ ਇੱਥੇ ਤੱਕ ਮੈਨੂੰ ਲੈ ਆਉਂਦਾ ਹੈ। ਉਹ ਹੈ ਸੁਗੰਧ ਕੀਰਤੀ ਪਾਵਨ। ਮਹਾਰਾਜ ਜੀ ਤੁਹਾਡੀ ਕੀਰਤੀ, ਤੁਹਾਡੀ ਉਸਤਤੀ ਜਿਹੜੀ ਆ ਉਹ ਸੁਗੰਧੀ ਦੀ ਤਰ੍ਹਾਂ, ਫੁੱਲ ਵਿੱਚ ਜਿਵੇਂ ਸੁਗੰਧੀ ਹੁੰਦੀ ਹੈ, ਤੁਹਾਡੀ ਉਸਤਤ ਜਿਹੜੀ ਆ ਉਸ ਸੁਗੰਧੀ ਦੀ ਤਰ੍ਹਾਂ ਹੈ। ਵੈ ਆਇਓ ਮੈਂ ਭੋਰ ਲੁਭਾਵਨ। ਔਰ ਮੈਂ ਉਸ ਸੁਗੰਧੀ ਦੀ ਜਿਹੜੀ ਖਿੱਚ ਸੀ ਉਹਦੇ ਵਿੱਚ ਭੌਰਾ ਬਣ ਕੇ ਆਪ ਜੀ ਦੇ ਪਾਸ ਆਇਆ ਹਾਂ। ਸ੍ਰੀ ਗੁਰੂ ਕਹਿ ਲਹਿਣੇ ਤਾਂ ਲਹਿਣਾ। ਜਦੋਂ ਇੰਨੀ ਗੱਲ ਭਾਈ ਲਹਿਣਾ ਜੀ ਨੇ ਆਖੀ ਵੀ ਮਹਾਰਾਜ ਪਿੰਡ ਖਡੂਰ ਹੈ ਔਰ ਤੁਹਾਡੀ ਉਸਤਤ ਸੁਣੀ ਹੈ, ਤੁਹਾਡੇ ਵੱਲੋਂ ਉਚਾਰਨ ਕੀਤੀ ਬਾਣੀ ਸੁਣੀ ਹੈ ਤੇ ਮਨ ਵਿੱਚ ਬੜੀ ਤੜਪ ਸੀ ਤੁਹਾਡੇ ਦਰਸ਼ਨਾਂ ਦੀ, ਤੁਸੀਂ ਕਿਰਪਾ ਕੀਤੀ, ਆਪਣੇ ਦਰਸ਼ਨ ਬਖਸ਼ ਦਿੱਤੇ। ਸਤਿਗੁਰੂ ਜੀ ਮੁਸਕਰਾ ਕੇ ਕਹਿੰਦੇ, ਲਹਿਣੇ ਤੈਂ ਲਹਿਣਾ, ਤੇਰਾ ਨਾਮ ਲਹਿਣਾ ਹੈ ਔਰ ਤੂੰ ਸਾਡੇ ਕੋਲੋਂ ਬਹੁਤ ਕੁਝ ਲੈਣਾ ਹੈ। ਸੁਣ ਪੁਰਖਾ ਹਮਨੇ ਹੈ ਦੇਣਾ। ਸੁਣ ਪੁਰਖਾ, ਭਾਈ ਲਹਿਣਾ ਜੀ ਨੂੰ ਕਹਿੰਦੇ, ਪੁਰਖਾ ਅਸੀਂ ਤੈਨੂੰ ਬਹੁਤ ਕੁਝ ਦੇਣਾ ਹੈ। ਦੋਹਰਾ ਅਬ ਜਾਵੋ ਪੁਨ ਆਇਐ ਹੋਵੇਗਾ ਆਪਣੇ ਧਾਮ। ਇਸ ਲਈ ਇੰਨੀ ਗੱਲ ਕਹੀ ਮਹਾਰਾਜ ਨੇ ਵੀ ਤੂੰ ਲੈਣਾ ਹੈ ਔਰ ਅਸੀਂ ਤੈਨੂੰ ਬਹੁਤ ਕੁਝ ਦੇਣਾ ਹੈ। ਹੁਣ ਜਾਓ, ਅਬ ਜਾਵੋ ਪੁਨ ਆਈਐ, ਹੁਣ ਤੂੰ ਆਪਣੇ ਘਰ ਜਾ
ਤੇ ਫਿਰ ਪਲਟ ਕੇ ਫਿਰ ਸਮਾਂ ਬਣੇ ਤੇ ਵਾਪਸ ਆਉਣਾ। ਧਿਆਨ ਰੱਖਿਓ, ਇਹ ਫੁਰਨਾ ਭਾਈ ਲਹਿਣਾ ਜੀ ਅੰਦਰ ਬਣਿਆ ਕੱਲ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਨ ਕੀਤਾ ਹੋਵੇਗਾ। ਜੇ ਭਾਈ ਲਹਿਣਾ ਜੀ ਨੇ ਮਨ 'ਚ ਫੁਰਨਾ ਬਣਾਇਆ ਸੀ ਵੀ ਜੇ ਗੁਰੂ ਸਾਹਿਬ ਕਹਿਣਗੇ ਤਾਂ ਮੈਂ ਘਰ ਜਾ ਕੇ ਵਾਪਸ ਆਵਾਂਗਾ, ਨਹੀਂ ਤੇ ਨਹੀਂ। ਹੁਣ ਸਤਿਗੁਰੂ ਜੀ ਨੇ ਆਖਿਆ, ਪੁਰਖਾ ਤੂੰ ਆਪਣੇ ਘਰ ਜਾ ਔਰ ਜਾ ਕੇ ਫਿਰ ਵਾਪਸ ਆਉਣਾ ਕਰਨਾ। ਸੁਣ ਲੈਣਾ ਹਰ ਕਿਉਰ ਦੇ ਜੋ ਆਮੀ ਹੋਇ ਆਮ। ਤੇ ਜਦੋਂ ਇੰਨੀ ਗੱਲ ਸੁਣੀ ਤੇ ਭਾਈ ਲਹਿਣਾ ਜੀ ਦੇ ਅੰਦਰ ਅਥਾਹ ਖੁਸ਼ੀ ਵੀ ਮੈਂ ਤਾਂ ਮਨ ਵਿੱਚ ਫੁਰਨਾ ਬਣਾਇਆ ਸੀ ਵੀ ਗੁਰੂ ਸਾਹਿਬ ਆਪ ਕਹਿਣਗੇ ਮੈਨੂੰ ਘਰ ਜਾਣ ਵਾਸਤੇ, ਮੈਂ ਤਾਂ ਜਾਣਾ। ਤੇ ਗੁਰੂ ਸਾਹਿਬ ਨੇ ਮੇਰੇ ਮਨ ਦਾ ਫੁਰਨਾ ਜਿਹੜਾ ਸੀ ਉਹ ਪੜ੍ਹ ਲਿਆ, ਸਮਝ ਲਿਆ। ਦੇਖੋ ਗੱਲ ਵਿਸ਼ਵਾਸ ਦੀ ਹੈ। ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਉਂਦੇ ਹਾਂ ਤੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ ਤੇ ਫਿਰ ਜਿਨ੍ਹਾਂ ਦੇ ਮਨ ਵਿੱਚ ਗੁਰੂ ਪ੍ਰਤੀ ਵਿਸ਼ਵਾਸ ਹੈ ਉਹ ਫਿਰ ਗੁਰੂ ਸਾਹਿਬ ਤੋਂ ਬਖਸ਼ਿਸ਼ਾਂ ਵੀ ਲੈਂਦੇ ਆ। ਤੇ ਜਿਨ੍ਹਾਂ ਨੂੰ ਵਿਸ਼ਵਾਸ ਹੀ ਨਹੀਂ ਉਹਨਾਂ ਦਾ ਫਿਰ ਜਿਵੇਂ ਆਉਣਾ ਤਿਵੇਂ ਚਲੇ ਜਾਣਾ ਹੈ। ਜਿਨ੍ਹਾਂ ਕੇ ਮਨ ਸੱਚਾ ਵਿਸ਼ਵਾਸ, ਜਿਨ੍ਹਾਂ ਦੇ ਮਨ ਵਿੱਚ ਸੱਚਾ ਵਿਸ਼ਵਾਸ ਹੋਵੇ ਤਾਂ ਸੱਚ ਜਾਣਿਓ ਉਹਨਾਂ ਦੀ ਪੁਕਾਰ ਸਤਿਗੁਰੂ ਜ਼ਰੂਰ ਸੁਣਦੇ ਆ। ਔਰ ਕੇਵਲ ਇਹ ਨਹੀਂ ਕਿ ਜਦੋਂ ਆਪਾਂ ਮੁੱਖ ਖੋਲ ਕੇ ਬੋਲਾਂਗੇ, ਉਹ ਬਿਨ ਬੋਲਿਆ ਸਭ ਕੁਝ ਜਾਣਦਾ। ਜੋ ਸਾਡੇ ਦਿਮਾਗ ਵਿੱਚ ਜੋ ਚੱਲ ਰਿਹਾ ਹੈ ਉਹ ਮੇਰਾ ਸੱਚਾ ਪਾਤਸ਼ਾਹ ਜਾਣਦਾ ਹੈ। ਉਹ ਮਾੜਾ ਚੱਲ ਰਿਹਾ ਚੰਗਾ ਚੱਲ ਰਿਹਾ ਉਸ ਮਾਲਕ ਨੂੰ ਪਤਾ ਹੈ। ਭਲੇ ਬੁਰੇ ਕੀ ਪੀਰ ਪਛਾਨਤ, ਘਟ ਘਟ ਕੇ ਅੰਦਰ ਕੀ ਜਾਣਤ, ਉਹ ਸਭਨਾਂ ਦੇ ਦਿਲਾਂ ਦੀ ਜਾਣਦਾ ਹੈ। ਭਾਈ ਲਹਿਣਾ ਜੀ ਬੜੇ ਖੁਸ਼ ਹੋਏ ਵੀ ਮੈਂ ਤਾਂ ਮਨ ਹੀ ਮਨ ਵਿੱਚ ਇਹ ਫੁਰਨਾ ਬਣਾਇਆ ਸੀ ਤੇ ਸਤਿਗੁਰੂ ਜੀ ਨੇ ਆਪ ਹੀ ਕਹਿ ਦਿੱਤਾ। ਇੰਨੀ ਖੁਸ਼ੀ ਹੋਈ ਜਿਉਂ ਆਮੀ ਖਵੈ ਆਮ। ਕਈਆਂ ਨੂੰ ਅੰਬ ਬੜਾ ਸਵਾਦ ਲੱਗਦਾ ਹੈ ਤੇ ਜਦੋਂ ਅੰਬ ਦਾ ਮੌਸਮ ਆਵੇ ਤੇ ਉਹ ਅੰਬ ਤੋਂ ਬਿਨਾਂ ਰਹਿ ਨਹੀਂ ਸਕਦੇ। ਕਈਆਂ ਨੂੰ ਅੰਬ ਇੰਨਾ ਸਵਾਦ ਲੱਗਦਾ ਹੈ, ਕਹਿੰਦੇ ਜਿਵੇਂ ਆਮੀ ਖਵੈ ਆਮ। ਕਿਸੇ ਨੂੰ ਅੰਬ ਖਾਣ ਦੀ ਬੜੀ ਅੰਦਰ ਚਾਹਤ ਹੋਵੇ ਤੇ ਜੇ ਉਹਨੂੰ ਕਿਤੇ ਇੱਕਦਮ ਸਾਹਮਣੇ ਅੰਬ ਖਾਣ ਵਾਸਤੇ ਮਿਲ ਜਾਏ ਉਹ ਕਿੰਨੀ ਖੁਸ਼ੀ ਮਹਿਸੂਸ ਕਰਦਾ ਹੈ, ਉਹਨੂੰ ਕਿੰਨੀ ਖੁਸ਼ੀ ਹੁੰਦੀ ਹੈ। ਕਵੀ ਜੀ ਕਹਿੰਦੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਇਹ ਬੋਲ ਸੁਣ ਕੇ ਬਹੁਤ ਪ੍ਰਸੰਨ ਹੋਏ ਹਨ। ਜੋ ਪਈ ਹੈ ਸ਼੍ਰੀ ਨਾਨਕ ਅੰਤਰ ਜਾਮੀ। ਭਾਈ ਲਹਿਣਾ ਜੀ ਨੇ ਮਨ ਵਿੱਚ ਸੋਚਿਆ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਤਾਂ ਬੜੀ ਸੁਣੀ ਹੈ, ਅੱਜ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ। ਅੱਜ ਮੈਂ ਵੇਖ ਲਿਆ ਨਾਨਕ ਅੰਤਰ ਜਾਮੀ, ਗੁਰੂ ਸਾਹਿਬ ਜੀ ਅੰਦਰ ਹਿਰਦੇ ਦੀ ਗੱਲ ਨੂੰ ਜਾਣ ਲੈਣ ਵਾਲੇ ਹਨ। ਮੈਂ ਚਿਤ ਵੀ ਜਿਤ ਜਾਨੀ ਸੁਆਮੀ। ਮੈਂ ਤਾਂ ਆਪਣੇ ਅੰਦਰ ਚਿਤਵਿਆ ਸੀ ਪਰ ਅੰਤਰ ਜਾਮੀ ਨੇ ਮੇਰੇ ਅੰਦਰ ਦੀ ਗੱਲ ਨੂੰ ਬੁੱਝ ਲਿਆ। ਆਇਸ ਸਿਰ ਤਰ ਕਲੁਖ ਨਿਕੰਦਨ। ਕਹਿੰਦੇ ਨੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਆਗਿਆ ਲੈਣ ਲੱਗਿਆ। ਸਤਿਗੁਰੂ ਜੀ ਨੇ ਸਿਰ ਤੇ ਵੇਲ ਦਾ ਹੱਥ ਰੱਖਿਆ। ਕਿਹੜੇ ਗੁਰੂ ਨਾਨਕ ਸਾਹਿਬ? ਜਿਹੜੇ ਕਲੁਖ ਨਿਕੰਦਨ, ਜਿਹੜੇ ਸਾਡੇ ਅੰਦਰ ਦੇ ਪਾਪ ਦਾ ਨਾਸ਼ ਕਰਨ ਵਾਲੇ ਹਨ। ਹਾਥ ਬੰਦ ਪਦ ਕੀਨੀ ਬੰਦਨ। ਭਾਈ ਲਹਿਣਾ ਜੀ ਜਦੋਂ ਗੁਰੂ ਸਾਹਿਬ ਨੇ ਕਿਹਾ ਵੀ ਜਾ ਪੁਰਖਾ ਘਰੋਂ ਹੋ ਕੇ ਫਿਰ ਆਈ ਵਾਪਸ, ਉਸੇ ਵੇਲੇ ਚਰਨਾਂ ਨੂੰ ਜਦੋਂ ਨਮਸਕਾਰ ਕੀਤੀ ਸਤਿਗੁਰੂ ਜੀ ਨੇ ਸਿਰ ਉੱਤੇ ਮਿਹਰ ਦਾ ਹੱਥ ਰੱਖਿਆ ਹੈ। ਹੋਏ ਪਿਤਾ ਸ਼੍ਰੀ ਗੁਰੂ ਤੇ ਆਵਾ। ਭਾਈ ਲਹਿਣਾ ਜੀ ਗੁਰੂ ਸਾਹਿਬ ਜੀ ਤੋਂ ਬਖਸ਼ਿਸ਼ ਲੈ ਕੇ ਅਸੀਸ ਲੈ ਕੇ ਵਾਪਸ ਪਰਤੇ ਹਨ। ਮੇਰਾ ਸੰਗਤ ਸੋ ਵਾਕ ਅਲਾਵਾ। ਹੁਣ ਜਿੱਥੇ ਬਾਹਰ ਜਥਾ ਬੈਠਾ ਸੀ ਕਰਤਾਰਪੁਰ ਸਾਹਿਬ ਦੀ ਜਿੱਥੇ ਹੱਦ ਸ਼ੁਰੂ ਹੁੰਦੀ ਹੈ ਉੱਥੇ ਜਥਾ ਬੈਠਾ ਅੱਗੇ ਜਾਣ ਵਾਸਤੇ। ਕਹਿੰਦੇ ਜਦੋਂ ਭਾਈ ਲਹਿਣਾ ਜੀ ਆਪਣੇ ਜਥੇ ਦੇ ਪਾਸ ਪਹੁੰਚੇ ਹਨ ਸਭ ਸੋ ਰਾਮ ਰਾਮ ਹੈ ਮੇਰੀ। ਉਹਨਾਂ ਨੂੰ ਆਖਿਆ ਵੀ ਸਾਰਿਆਂ ਨੂੰ ਮੇਰੀ ਰਾਮ ਰਾਮ ਹੈ। ਇੱਥੇ ਰਾਮ ਰਾਮ ਦਾ ਅਰਥ ਹੈ ਕਿ ਸਾਰਿਆਂ ਨੂੰ ਮੇਰੀ ਨਮਸਕਾਰ ਹੈ, ਭਾਵ ਮੈਂ ਤੁਹਾਡੇ ਨਾਲ ਅੱਗੇ ਨਹੀਂ ਚੱਲ ਸਕਦਾ। ਮਨ ਇੱਛਾ ਕਰ ਮੁਰਨੇ ਕੇਰੀ। ਮੇਰੀ ਹੁਣ ਇੱਛਾ ਵਾਪਸ ਘਰ ਜਾਣ ਦੀ ਹੈ। ਤੁਸੀਂ ਅੱਗੇ ਨੂੰ ਜਾਣਾ ਚਾਹੁੰਦੇ ਹੋ ਤੇ ਜਾਓ, ਮੈਂ ਹੁਣ ਅੱਗੇ ਨਹੀਂ ਜਾਣਾ, ਵਾਪਸ ਘਰ ਜਾਣਾ ਹੈ। ਇਸਮਾਏ ਸਾਥੀ ਸੁਣ ਬੈਨਾ। ਹੁਣ ਜਿਹੜੇ ਜਥੇ ਦੇ ਲੋਕ ਆਏ ਹੋਏ ਸਨ ਨਾਲ, ਹਰ ਵਾਰੀ ਜਥਾ ਆਉਂਦਾ ਹੈ ਔਰ ਭਾਈ ਲਹਿਣਾ ਜੀ ਦੀ ਅਗਵਾਈ ਦੇ ਵਿੱਚ ਆਉਂਦਾ ਹੈ। ਇਹਨਾਂ ਸਾਰਿਆਂ ਦੀ ਅਗਵਾਈ ਭਾਈ ਲਹਿਣਾ ਜੀ ਕਰਦੇ ਨੇ। ਤੇ ਜਦੋਂ ਭਾਈ ਲਹਿਣਾ ਜੀ ਨੇ ਆਖਿਆ ਵੀ ਮੇਰੀ ਹੁਣ ਅੱਗੇ ਜਾਣ ਦੀ ਇੱਛਾ ਨਹੀਂ, ਮੈਂ ਵਾਪਸ ਮੁੜਨਾ, ਸਾਰੇ ਜਿਹੜੇ ਨੇ ਬਿਸਮਾਏ, ਸਾਰੇ ਸੁਣ ਕੇ ਹੈਰਾਨ ਹੋ ਗਏ। ਕਹਿਣ ਲਗੇ ਕਿਉਂ ਜਾਵੋ ਐਨਾ। ਇਹਦੇ ਨੇ ਸਾਰਿਆਂ ਨੇ ਆਖਿਆ ਭਾਈ ਲਹਿਣਾ ਜੀ ਕੀ ਹੋ ਗਿਆ? ਅੱਗੇ ਤੇ ਕਦੇ ਨਹੀਂ ਤੁਸੀਂ ਇਸ ਤਰ੍ਹਾਂ ਸਾਨੂੰ ਰਾਹ ਵਿੱਚ ਛੱਡ ਕੇ ਵਾਪਸ ਮੁੜੇ, ਅੱਜ ਆਪਣੇ ਘਰ ਵਾਪਸ ਕਿਉਂ ਜਾਣਾ ਚਾਹੁੰਦੇ ਹੋ? ਨਹੀਂ ਚਲਦ ਅਬ ਜਵਾਲਾ ਪਹੁੰਨਾ। ਕਿ ਹੁਣ ਜਵਾਲਾ ਜੀ ਦੇ ਜਾਣਾ ਨਹੀਂ? ਅਸੀਂ ਹਰ ਵਾਰ ਜਾਂਦੇ ਹਾਂ, ਹਰ ਵਾਰ ਯਾਤਰਾ ਕਰਦੇ ਹਾਂ, ਤੇ ਇਸ ਵਾਰ ਤੁਸੀਂ ਕਿਉਂ ਨਹੀਂ ਜਾਣਾ ਹੈ? ਉਹ ਸੰਗ ਕੋ ਮਾਲਕ ਕੋ ਨਾ। ਹੁਣ ਅਸੀਂ ਕਿਹਦੀ ਅਗਵਾਈ ਵਿੱਚ ਅੱਗੋਂ ਚੱਲਾਂਗੇ? ਤੁਹਾਡੀ ਅਗਵਾਈ ਵਿੱਚ ਜਾਣਾ ਆਉਣਾ ਸਾਡਾ ਹੁੰਦਾ ਸੀ ਤੇ ਜਦੋਂ ਆਗੂ ਹੀ ਵਾਪਸ ਮੁੜ ਗਿਆ ਤੇ ਫਿਰ ਅਸੀਂ ਕਿਹਦੇ ਆਸਰੇ ਅੱਗੇ ਨੂੰ ਜਾਵਾਂਗੇ? ਦੋਹਰਾ ਸੁਣ ਲੈਣਾ ਆਪਣ ਬੋਲਿਓ ਜਿਸ ਹਿਤ ਜਵਾਲਾ ਜਾਏ। ਭਾਈ ਲਹਿਣਾ ਜੀ ਕਹਿੰਦੇ ਨੇ ਵੀ ਜਿਹਦੀ ਇੱਛਾ ਜਵਾਲਾ ਜੀ ਦੇ ਜਾਣ ਦੀ ਹੈ ਉਹ ਜਾ ਸਕਦਾ ਹੈ। ਸੋ ਕਾਰਜ ਪੂਰਨ ਭਇਓ ਸ਼ਾਂਤ ਭਈ ਚਿਤ ਆਏ। ਮੇਰਾ ਤੇ ਜਿਹੜਾ ਕਾਰਜ ਸੀ ਉਹ ਕਰਤਾਰਪੁਰ ਸਾਹਿਬ ਪੂਰਾ ਹੋ ਗਿਆ। ਹੁਣ ਅੱਗੇ ਜਾਣ ਦੀ ਕੋਈ ਤਮੰਨਾ, ਕੋਈ ਇੱਛਾ ਹੀ ਨਹੀਂ ਹੈ। ਜਿਸ ਕਰਕੇ ਮੈਂ ਜਾਂਦਾ ਸੀ ਯਾਤਰਾ ਤੇ ਮਨ ਦਾ ਸਕੂਨ ਲੈਣ ਲਈ, ਮਨ ਦੀਆਂ ਇੱਛਾਵਾਂ ਦੀ ਪੂਰਤੀ ਵਾਸਤੇ, ਮਨ ਦੇ ਟਿਕਾਅ ਵਾਸਤੇ, ਅੰਦਰ ਸਹਿਜ ਬਣ ਜਾਏ, ਅੱਜ ਕਰਤਾਰਪੁਰ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਇਦਾਂ ਲੱਗਦਾ ਹੈ ਜਿਵੇਂ ਸਾਰੀਆਂ ਯਾਤਰਾਵਾਂ ਪੂਰੀਆਂ ਹੋ ਗਈਆਂ। ਇਦਾਂ ਲੱਗਦਾ ਜਿਵੇਂ ਮਨ ਦੀ ਇੱਛਾ ਪੂਰੀ ਹੋ ਗਈ, ਤਮੰਨਾ ਪੂਰੀ ਹੋ ਗਈ। ਅੱਗੇ ਵੀ ਬੜੀ ਵਾਰ ਜ਼ਿਕਰ ਕੀਤਾ, ਸਭ ਕੁਝ ਮੰਗ ਲਿਆ ਖੁਦਾ ਸੇ, ਖੁਦਾ ਕੋ ਮੰਗ ਕਰ, ਅਬ ਉੱਠਦੇ ਨਹੀਂ ਹਾਥ ਇਸ ਦੁਆ ਕੇ ਬਾਅਦ। ਕਹਿੰਦੇ ਜੋ ਮੈਨੂੰ ਚਾਹੀਦਾ ਸੀ ਉਹ ਮੈਨੂੰ ਇੱਥੇ ਹੀ ਮਿਲ ਗਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ, ਤੇ ਮੈਨੂੰ ਫਿਰ ਅੱਗੇ ਇੰਨਾ ਸਬਰ ਕਰਨ ਦੀ ਕੀ ਜ਼ਰੂਰਤ ਹੈ? ਜੋ ਮੈਂ ਚਾਹੁੰਦਾ ਸੀ ਉਹ ਮੈਨੂੰ ਮਿਲ ਗਿਆ ਹੈ। ਚੌਪਈ ਪੁਨ ਸੰਗੀ ਬੂਝਤ ਹਿਤ ਪਾਏ। ਜਦੋਂ ਸਾਰੇ ਸੰਗੀ ਸਾਥੀਆਂ ਨੇ ਸੁਣਿਆ ਵੀ ਜੋ ਇਹ ਭਾਈ ਲਹਿਣਾ ਜੀ ਜਿਸ ਕਰਕੇ ਜਾਂਦੇ ਸੀ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ, ਇਹ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਮਿਲ ਗਿਆ। ਉਹਨਾਂ ਨੇ ਫਿਰ ਪੁੱਛਿਆ ਭਾਈ ਲਹਿਣਾ ਸਾਨੂੰ ਵੀ ਦੱਸ, ਜੋ ਤੂੰ ਬਖਸ਼ਿਸ਼ ਪਾ ਕੇ ਆਇਆ ਹੈ ਉਹ ਸਾਨੂੰ ਵੀ ਦੱਸਣਾ ਕਰ। ਤੁਮ ਕੋ ਸ਼ਾਂਤ ਭਈ ਇਹ ਤਾਏ। ਤੈਨੂੰ ਮਨ ਦਾ ਸਕੂਨ, ਮਨ ਦਾ ਟਿਕਾ ਕਰਤਾਰਪੁਰ ਸਾਹਿਬ ਜਾ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਮਿਲਿਆ, ਉਹ ਸਾਨੂੰ ਵੀ ਦੱਸਣਾ ਕਰ। ਮਾਨਵ ਸਰਬ ਸੰਗ ਜੋ ਆਏ। ਜਿੰਨੇ ਵੀ ਅਸੀਂ ਤੇਰੇ ਨਾਲ ਆਏ ਹਾਂ, ਅਸੀਂ ਵੀ ਜਾਣਨਾ ਚਾਹੁੰਦੇ ਹਾਂ ਕਿ ਕਿਹੜੀ ਤੈਨੂੰ ਐਸੀ ਖੁਸ਼ੀ ਮਿਲ ਗਈ, ਕਿਹੜਾ ਤੇਰੇ ਜੀਵਨ ਵਿੱਚ ਐਸਾ ਤੈਨੂੰ ਆਨੰਦ ਮਿਲ ਗਿਆ ਕਿ ਤੂੰ ਹੁਣ ਅੱਗੇ ਜਾਣਾ ਹੀ ਨਹੀਂ ਚਾਹੁੰਦਾ ਹੈ। ਕੌਣ ਹਾਲ ਇਨ ਦੇਹੋ ਬਤਾਏ। ਹੁਣ ਤੇਰਾ ਕੀ ਹਾਲ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਤੋਂ ਬਾਅਦ? ਕੀ ਤੇਰੀ ਅਵਸਥਾ ਹੈ, ਸਾਨੂੰ ਦੱਸਣਾ ਕਰ। ਲੈਣਾ ਕਹਿ ਅਬ ਜਵਾਲਾ ਜਾਵੋ। ਭਾਈ ਲਹਿਣਾ ਜੀ ਕਹਿੰਦੇ ਇਹ ਤੁਸੀਂ ਨਹੀਂ ਸਮਝ ਸਕੋਗੇ। ਧਿਆਨ ਰੱਖਿਓ, ਇੱਥੇ ਭਾਈ ਲਹਿਣਾ ਜੀ ਦੱਸ ਸਕਦੇ ਸੀ ਪਰ ਉਹਨਾਂ ਦੀ ਹਜੇ ਅਵਸਥਾ ਨਹੀਂ ਹੈ। ਭਾਈ ਲਹਿਣਾ ਜੀ ਨੇ ਪਹਿਲਾਂ ਆਪਣੀ ਅਵਸਥਾ ਨੂੰ ਬਣਾਇਆ ਹੈ। ਭਾਈ ਜੋਧ ਦਾ ਬਾਰ-ਬਾਰ ਹੱਡੀ ਤੇ ਆਉਣਾ ਸੌਦਾ ਲੈਣ, ਤੇ ਜਿੰਨੀ ਵਾਰ ਸੌਦਾ ਲੈਣ ਆਉਂਦੇ ਸੀ ਉਨੀ ਵਾਰ ਸ਼ਬਦ ਪੜ੍ਹਨਾ। ਤੇ ਭਾਈ ਲਹਿਣਾ ਜੀ ਨੇ ਭਾਈ ਜੋਧ ਪਾਸੋਂ ਬਾਬੇ ਨਾਨਕ ਜੀ ਦੀ ਬਾਣੀ ਨੂੰ ਬਾਰ-ਬਾਰ ਸੁਣਨਾ। ਉਹਨਾਂ ਆਖਣਾ ਵੀ ਸੱਜਣਾ ਤੂੰ ਬਾਣੀ ਸੁਣਾਈ ਜਾ, ਬਾਰ-ਬਾਰ ਬਾਣੀ ਸੁਣਨੀ, ਤਾਂ ਜਾ ਕੇ ਮਨ ਦੀ ਅਵਸਥਾ ਬਣੀ। ਭਾਈ ਸ਼ੀਹੇ ਦਾ ਸਬਰ ਵੇਖਿਆ ਤਾਂ ਮਨ ਦੀ ਅਵਸਥਾ। ਹੁਣ ਜੇ ਇੱਕਦਮ ਦੱਸਦੇ ਇਹਨਾਂ ਨੂੰ ਸਮਝ ਨਹੀਂ ਸੀ ਆਉਣੀ, ਹੋ ਸਕਦਾ ਸੀ ਇਹ ਮਜ਼ਾਕ ਵੀ ਬਣਾ ਦਿੰਦੇ। ਉਹਨਾਂ ਆਖਿਆ ਤੁਹਾਨੂੰ ਸਮਝ ਆਏਗੀ
ਤੁਸੀਂ ਫਿਲਹਾਲ ਇੱਕ ਵਾਰ ਜਿੱਥੇ ਜਾਣਾ ਹੈ ਉੱਥੇ ਤੁਸੀਂ ਜਾ ਕੇ ਆਉਣਾ ਕਰੋ। ਕੌਣ ਪਰਸ ਕਰ ਏਥਰ ਆਵੋ ਜਦੋਂ ਤੁਸੀਂ ਆਪਣੀ ਯਾਤਰਾ ਤੋਂ ਹੋ ਕੇ ਵਾਪਸ ਇਸ ਥਾਂ ਤੇ ਆਵੋਗੇ ਮਨੋ ਕਾਮਨਾ ਨਿਜ ਨਿਜ ਧਾਰੀ ਤੇ ਮਨ ਵਿੱਚ ਇੱਕ ਆਸ ਤੇ ਇੱਕ ਮਨ ਵਿੱਚ ਅਰਦਾਸ ਜਿਹੜੀ ਆ ਉਹ ਕਰਕੇ ਚੱਲਣਾ ਕਿ ਜਦੋਂ ਅਸੀਂ ਪਰਤ ਕੇ ਆਈਏ ਤੇ ਗੁਰੂ ਨਾਨਕ ਸਾਹਿਬ ਜਿਵੇਂ ਭਾਈ ਲਹਿਣਾ ਜੀ ਨੇ ਕਿਰਪਾ ਕੀਤੀ ਤੁਸੀਂ ਸਾਡੇ ਤੇ ਵੀ ਕਰਨਾ। ਗੱਲ ਨੂੰ ਸਮਝਿਓ, ਭਾਈ ਲਹਿਣਾ ਜੀ ਕਹਿੰਦੇ ਤੁਸੀਂ ਫਿਲਹਾਲ ਜਾਓ, ਪਰ ਇੱਥੇ ਮਨ ਵਿੱਚ ਇੱਛਾ ਧਾਰ ਕੇ ਜਾਇਓ ਵੀ ਜਿਵੇਂ ਭਾਈ ਲਹਿਣਾ ਜੀ ਤੇ ਕਿਰਪਾ ਕੀਤੀ ਹੈ ਉਸੇ ਤਰ੍ਹਾਂ ਸਾਡੇ ਤੇ ਵੀ ਕਰਿਓ। ਸਾਡੇ ਮਨ ਵਿੱਚ ਵੀ ਤੁਹਾਡੇ ਦਰਸ਼ਨਾਂ ਦੀ ਪਿਆਸ ਪੈਦਾ ਹੋਵੇ। ਜਦੋਂ ਤੁਸੀਂ ਇਹ ਮਨ 'ਚ ਭਾਵਨਾ ਰੱਖ ਕੇ ਜਾਓਗੇ ਵਾਪਸ ਆਓਗੇ। ਦਰਸ਼ੋ ਸਤਿਗੁਰ ਦਰਸ਼ ਦੁਖਾਰੀ ਜਦੋਂ ਤੁਸੀਂ ਇਹ ਬੇਨਤੀ ਕਰੋਗੇ ਦਰਸੋ ਸਤਿਗੁਰ ਦਰਸ ਦੁਖਾਰੀ, ਅਸੀਂ ਦੁਖਿਆਰੇ ਹਾਂ ਤੇ ਸਾਨੂੰ ਵੀ ਆਪਣਾ ਦਰਸ਼ਨ ਬਖਸ਼ ਕੇ ਸਾਨੂੰ ਸੁੱਖ ਦਿਓ, ਸਾਡੇ ਦੁੱਖ ਕੱਟ ਦਿਓ। ਜਦੋਂ ਇਹ ਮਨ ਵਿੱਚ ਭਾਵਨਾ ਰੱਖ ਕੇ ਆਵੋ ਜਾਵੋਗੇ ਕਿਰਪਾ ਨਿਧਾਨ ਕਿਰਪਾ ਕਰ ਤਬਹੀ ਉਹ ਕਿਰਪਾ ਦੇ ਮਾਲਕ ਫਿਰ ਤੁਹਾਡੇ ਉੱਤੇ ਆਪਣੀ ਕਿਰਪਾ ਆਪਣੀ ਬਖਸ਼ਿਸ਼ ਕਰਨਗੇ ਆਸਾ ਤੁਮਰੀ ਪੂਰੇ ਸਭੀ ਤੇ ਤੁਹਾਡੇ ਸਾਰਿਆਂ ਦੇ ਮਨ ਦੀ ਇੱਛਾ ਪੂਰੀ ਹੋ ਜਾਏਗੀ, ਤੁਹਾਡੇ ਸਾਰਿਆਂ ਦੇ ਮਨ ਦੀ ਆਸ ਪੂਰੀ ਹੋ ਜਾਏਗੀ। ਪੂਰੇ ਸਤਿਗੁਰੂ ਨੂੰ ਜਾਣਨਾ ਤੇ ਤੁਹਾਨੂੰ ਮਨ ਵਿੱਚ ਇਹ ਫੁਰਨਾ ਬਣਾਉਣਾ ਪਏਗਾ। ਜਦੋਂ ਮਨ ਵਿੱਚ ਇਹ ਫੁਰਨਾ ਬਣਾ ਕੇ ਚੱਲੋਗੇ ਤਾਂ ਤੁਹਾਡੀ ਆਸ ਤੁਹਾਡੇ ਦਰਸ਼ਨਾਂ ਦੀ ਪਿਆਸ ਗੁਰੂ ਸਾਹਿਬ ਜ਼ਰੂਰ ਪੂਰੀ ਕਰਨਗੇ। ਜਿਉ ਕਹਿ ਵਿਦਾ ਕੀਨ ਦਿਨ ਸੰਗਾ ਇਸ ਤਰ੍ਹਾਂ ਭਾਈ ਲਹਿਣਾ ਜੀ ਨੇ ਆਪਣੇ ਜਥੇ ਨੂੰ ਆਖਿਆ ਕਿ ਤੁਸੀਂ ਜਾਓ, ਮੈਂ ਵਾਪਸ ਆਪਣੇ ਘਰ ਚੱਲਿਆ ਹਾਂ। ਗਇਓ ਸੰਗ ਜਵਾਲਾ ਸਾਹ ਉਮੰਗਾ ਕਹਿੰਦੇ ਉਹ ਜਥਾ ਜਵਾਲਾ ਜੀ ਦੇ ਦਰਸ਼ਨ ਕਰਨ ਵਾਸਤੇ ਅੱਗੇ ਨੂੰ ਤੁਰ ਪਿਆ। ਦੋਹਰਾ ਆਇਓ ਆਪ ਕਡੂਰ ਮੈਂ ਕੇਸੋ ਬੋਲਣਾ ਬੈਣ ਭਾਈ ਲਹਿਣਾ ਜੀ ਕਹਿੰਦੇ ਆ ਤੁਰੇ ਆਉਂਦੇ ਆ ਘੋੜੇ ਤੇ ਸਵਾਰ ਹੋਏ ਆਪਣੇ ਪਿੰਡ ਖਡੂਰ ਸਾਹਿਬ ਪਹੁੰਚੇ ਨੇ, ਪਰ ਕਿਸੇ ਨਾਲ ਬੋਲੇ ਨਹੀਂ ਹਨ। ਲਿਵ ਲਾਗੀ ਗੁਰ ਚਰਨ ਕੀ ਬਦੀ ਚਾਹੇ ਦਿਨ ਰਹਿਣ ਲਿਵ ਲੱਗੀ ਹੋਈ ਹੈ ਗੁਰੂ ਸਾਹਿਬ ਦੇ ਚਰਨ, ਜਾਂ ਇਦਾਂ ਕਹਿ ਲਓ ਕਿ ਮਨ ਗੁਰੂ ਸਾਹਿਬ ਕੋਲ ਹੈ, ਤਨ ਕਰਕੇ ਆਪਣੇ ਘਰ ਵਾਪਸ ਆਵੇ ਨੇ। ਹੁਣ ਤੜਪ ਤਾਂ ਮਨ ਦੇ ਵਿੱਚ ਲੱਗਣੀ ਆ। ਹੁਣ ਦੇਖੋ ਮਨ ਜਿੱਥੇ ਹੋਏਗਾ ਤਨ ਨੂੰ ਖਿੱਚ ਵੀ ਉਹਦੀ ਹੀ ਪੈਦਾ ਹੋਏਗੀ। ਆਪਾਂ ਇੱਥੇ ਬੈਠੇ ਆ ਸਾਰੇ ਤੇ ਜੇ ਸਾਡਾ ਮਨ ਇੱਥੇ ਨਹੀਂ ਕਿਤੇ ਹੋਰ ਹੈ ਤੇ ਸਾਡੇ ਤਨ ਨੂੰ ਵੀ ਖਿੱਚ ਪਏਗੀ ਵੀ ਮਨਾ ਚੱਲ ਉੱਥੇ ਜਿੱਥੇ ਮਨ ਦੀ ਭਾਵਨਾ ਹੈ। ਤੇ ਜੇ ਮਨ ਗੁਰੂ ਸਾਹਿਬ ਦੇ ਚਰਨਾਂ 'ਚ ਹੋਏਗਾ ਤਨ ਕਿਤੇ ਹੋਏਗਾ ਤੇ ਤਨ ਨੂੰ ਖਿੱਚ ਪਏਗੀ ਵੀ ਜਿੰਨਾ ਜਲਦੀ ਹੋ ਸਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਜਾਈਏ। ਹੁਣ ਮਨ ਗੁਰੂ ਸਾਹਿਬ ਦੇ ਚਰਨਾਂ ਨੂੰ ਸਮਰਪਣ, ਕਿਉਂਕਿ ਗੁਰੂ ਸਾਹਿਬ ਕਹਿੰਦੇ ਤਨ ਨਹੀਂ, ਮੈਨੂੰ ਤੇਰਾ ਮਨ ਚਾਹੀਦਾ ਤੇਰੇ ਕਾਰਜ ਸਵਾਰਨ ਵਾਸਤੇ। ਮਨ ਵਿੱਚ ਸਤਿਗੁਰ ਕੇ ਪਾਸ ਇਸ ਸੇਵਕ ਕੈ ਕਾਰਜ ਰਾਸ ਸੇਵਾ ਕਰਤ ਹੋਏ ਨਾ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਹਿੰਦੇ ਨੇ ਮਨ ਗੁਰੂ ਸਾਹਿਬ ਦੇ ਕੋਲ ਸੀ, ਤਨ ਕਰਕੇ ਆਪਣੇ ਘਰ ਆਏ ਹਨ। ਚੌਪਈ ਆਏ ਲੋਕ ਸਭ ਬੂਝਤ ਭਏ ਹੁਣ ਜਿਹੜੇ ਆਸ-ਪਾਸ ਦੇ ਲੋਕ ਸੀ ਉਹ ਬੜੇ ਹੈਰਾਨ ਹੋਏ ਵੀ ਭਾਈ ਲਹਿਣਾ ਜੀ ਜਥਾ ਲੈ ਕੇ ਗਏ ਜਵਾਲਾ ਜੀ ਦੇ ਤੇ ਜਥਾ ਵਾਪਸ ਆਇਆ ਨਹੀਂ ਤੇ ਭਾਈ ਲਹਿਣਾ ਜੀ ਬੜੀ ਜਲਦੀ ਵਾਪਸ ਆ ਗਏ। ਅੱਗੇ ਤੇ ਇੰਨੀ ਜਲਦੀ ਵਾਪਸ ਕਦੇ ਨਹੀਂ ਮੁੜੇ। ਹੁਣ ਲੋਕ ਜਦੋਂ ਹੈਰਾਨ ਹੋਏ ਤੇ ਉਹ ਆਏ ਹਨ। ਤੁਮ ਤੋਂ ਜਵਾਲਾ ਬਖਸ਼ਣ ਗਏ ਆਸ-ਪਾਸ ਆਂਢ ਗੁਆਂਢ ਦੇ ਲੋਕ ਪੁੱਛਦੇ ਨੇ ਭਾਈ ਲਹਿਣਾ ਜੀ ਤੁਸੀਂ ਤਾਂ ਜਵਾਲਾ ਜੀ ਦੇ ਦਰਸ਼ਨਾਂ ਨੂੰ ਗਏ ਸੀ ਕਿਉਂ ਮਾਰਗ ਤੇ ਹਟ ਕਰ ਤੇ ਆਏ ਰਸਤੇ ਵਿੱਚੋਂ ਵਾਪਸ ਕਿਉਂ ਮੁੜ ਕੇ ਆ ਗਏ? ਕਿਉਂਕਿ ਜਿੰਨਾ ਜਲਦੀ ਵਾਪਸ ਆਏ ਹੋ ਇਦਾਂ ਲੱਗਦਾ ਵੀ ਤੁਸੀਂ ਜਵਾਲਾ ਜੀ ਦੇ ਪਹੁੰਚੇ ਹੀ ਨਹੀਂ। ਤੁਹਾਡਾ ਰਸਤੇ ਵਿੱਚੋਂ ਵਾਪਸ ਆਉਣ ਦਾ ਕੀ ਕਾਰਨ ਹੈ? ਨਿਜ ਬਿਰਤਾ ਸਭ ਦੇਹ ਬਤਾਏ ਆਪਣੀ ਹਾਲਤ ਦੱਸੋ ਵੀ ਤੁਸੀਂ ਠੀਕ ਹੋ ਜਾਂ ਕੋਈ ਰਸਤੇ ਵਿੱਚ ਰੁਕਾਵਟ ਪੈ ਗਈ, ਕੀ ਹੋਇਆ ਸਾਨੂੰ ਦੱਸਣਾ ਕਰੋ। ਲਹਿਣੇ ਕਹਿਓ ਨਾ ਅਬਕੇ ਗਇਓ ਭਾਈ ਲਹਿਣਾ ਜੀ ਕਹਿੰਦੇ ਬਸ ਇਸ ਵਾਰ ਮੇਰਾ ਜਵਾਲਾ ਜੀ ਦੇ ਜਾਣ ਨੂੰ ਦਿਲ ਨਹੀਂ ਕੀਤਾ ਹੈ, ਸੰਗ ਵਿਦਾ ਕਰ ਮੈਂ ਕਰ ਆਇਓ ਇਸ ਲਈ ਉਹਨਾਂ ਨੂੰ ਮੈਂ ਰਾਹ ਵਿੱਚ ਹੀ ਵਿਦਾ ਕਰਕੇ ਵਾਪਸ ਮੁੜ ਆਇਆ ਹਾਂ। ਸੁਣ ਲੋਕਿਨ ਇਉਂ ਦੂਸ਼ਣ ਕੀਨੰ ਕਹਿੰਦੇ ਨੇ ਲੋਕਾਂ ਨੂੰ ਇੰਨੀ ਗੱਲ ਕਹਿ ਕੇ ਭਾਈ ਲਹਿਣਾ ਜੀ ਵੀ ਚੁੱਪ ਕਰਕੇ ਅੱਗੋਂ ਉਹਨਾਂ ਨੇ ਖੁਲਾਸਾ ਨਹੀਂ ਕੀਤਾ ਵੀ ਕਾਰਨ ਕੀ ਹੈ। ਬਸ ਇੰਨੀ ਗੱਲ ਕਹੀ ਵੀ ਇਸ ਵਾਰ ਮੇਰਾ ਦਿਲ ਨਹੀਂ ਕੀਤਾ, ਮੈਂ ਵਾਪਸ ਆ ਗਿਆ ਚੁੱਪ ਕਰਕੇ। ਦੂਸ਼ਣਦਾਰ ਤੋਂ ਚੁੱਪ ਕਰ ਜਾਣਾ। ਜਦੋਂ ਭਾਈ ਲਹਿਣਾ ਜੀ ਨੇ ਅੱਗੋਂ ਕੁਝ ਜਵਾਬ ਨਾ ਦਿੱਤਾ ਤੇ ਲੋਕ ਵੀ ਚੁੱਪ ਕਰਕੇ ਆਪੋ ਆਪਣੇ ਘਰ ਨੂੰ ਵਾਪਸ ਆ ਗਏ। ਔਰ ਭੇਦ ਕੋ ਨਹਿ ਜੀਨੰ ਭਾਈ ਲਹਿਣਾ ਜੀ ਨੇ ਹਜੇ ਇਹ ਭੇਦ ਇਹਨਾਂ ਸਾਹਮਣੇ ਖੋਲਿਆ ਨਹੀਂ ਹੈ। ਨਿਜ ਨਿਕੇਤ ਮਹਿ ਬੈਠਿਓ ਜਾਈ ਆਪਣੇ ਘਰ ਦੇ ਵਿੱਚ ਆ ਕੇ ਭਾਈ ਲਹਿਣਾ ਜੀ ਬੈਠੇ ਆ ਕਿ ਭੇਦ ਕਿਉਂ ਨਹੀਂ ਖੋਲਿਆ? ਕਿਉਂਕਿ ਉਹ ਜਿਹੜੇ ਲੋਕ ਨੇ ਹਜੇ ਇਸ ਚੀਜ਼ ਦੇ ਗਾਹਕ ਨਹੀਂ ਬਣੇ। ਜਿਵੇਂ ਕਬੀਰ ਸਾਹਿਬ ਨੇ ਕਿਹਾ ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ, ਵੀ ਜਿਹੜਾ ਰਾਮ ਦਾ ਪਦਾਰਥ ਤੈਨੂੰ ਮਿਲਿਆ ਨਾ ਉਹ ਪੱਲੇ ਬੰਨ ਲੈ, ਉਹਦੀ ਗੰਢ ਨਾ ਖੋਲੀ। ਨਹੀਂ ਪਟਨ ਨਹੀਂ ਪਾਰਖੋ ਨਹੀਂ ਗਾਹਕ ਨਹੀਂ ਮੋਲ, ਕਿਉਂਕਿ ਇਹਦਾ ਗਾਹਕ ਕੋਈ ਨਹੀਂ ਹੈ, ਇਹਦਾ ਸ਼ਹਿਰ ਕੋਈ ਨਹੀਂ ਹੈ ਔਰ ਇਹਦੀ ਕਦਰ ਪਾਉਣ ਵਾਲਾ ਕੋਈ ਨਹੀਂ ਹੈ। ਤੇ ਜੇ ਤੂੰ ਰਾਮ ਦੇ ਪਦਾਰਥ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਤੇ ਲੋਕ ਬੇਕਦਰੀ ਕਰ ਦੇਣਗੇ, ਕਿਉਂਕਿ ਉਹਨਾਂ ਨੂੰ ਕਦਰ ਨਹੀਂ ਹੈ ਹਜੇ। ਇਸ ਲਈ ਭਾਈ ਲਹਿਣਾ ਜੀ ਨੇ ਇੱਥੇ ਸਮਝਦਾਰੀ ਵਰਤੀ ਵੀ ਜੇ ਮੈਂ ਇਹਨਾਂ ਨੂੰ ਦੱਸਿਆ ਵੀ ਮੈਂ ਕਿਉਂ ਨਹੀਂ ਗਿਆ, ਮੈਨੂੰ ਕੌਣ ਮਿਲਿਆ ਜਿਹਦੇ ਕਰਕੇ ਮੈਂ ਅੱਗੇ ਨਹੀਂ ਜਾ ਸਕਿਆ, ਲੋਕਾਂ ਨੇ ਸਮਝਣਾ ਨਹੀਂ ਸੀ, ਉਹਦੀ ਕਦਰ ਨਹੀਂ ਸੀ ਪੈਣੀ। ਇਸ ਲਈ ਹਜੇ ਇਹ ਭੇਦ ਨਾ ਖੋਲਿਆ, ਆਪਣੇ ਘਰ ਆ ਗਏ ਹਨ। ਕਿਸਕੇ ਸੰਗ ਨਾ ਕਛੂ ਕਲਾਈ ਆਪਣੇ ਪਰਿਵਾਰ ਦੇ ਨਾਲ ਦੀ ਭਾਈ ਲਹਿਣਾ ਜੀ ਨੇ ਬਹੁਤੇ ਬਚਨ ਵਿਲਾਸ ਨਹੀਂ ਕੀਤੇ ਹਨ। ਅਤਿਸ਼ੈ ਹਿਰਦੇ ਵਿਖੇ ਉਦਾਸੀ ਬਸ ਮਨ ਅੰਦਰ ਤੜਪ ਲੱਗੀ ਸੀ ਵੀ ਕਿਹੜਾ ਸਮਾਂ ਹੋਵੇ ਮੈਂ ਪਰਤ ਕੇ ਵਾਪਸ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਚਲਾ ਜਾਵਾਂ। ਏਕ ਨਿਸ਼ਾਨੇ ਚ ਬਸਿਓ ਅਵਾਸੀ ਨਿਸਾ ਕਹਿੰਦੇ ਆ ਰਾਤ ਵਾਪਸ ਪਰਤ ਕੇ ਆਏ, ਅੱਗੋਂ ਰਾਤ ਆ ਗਈ ਤੇ ਰਾਤ ਮਸਾਂ ਹੀ ਕਹਿੰਦੇ ਲੰਘਦੀ ਪਈ ਹੈ। ਮਨ ਵਿੱਚ ਤੜਪ ਸੀ ਵੀ ਕਿਹੜੀ ਘੜੀ ਕਿਹੜਾ ਪਲ ਹੋਵੇ ਮੈਂ ਵਾਪਸ ਪਹੁੰਚ ਜਾ ਗੁਰੂ ਸਾਹਿਬ ਦੇ ਸਨਮੁਖ। ਉਹ ਰਾਤ ਕਹਿੰਦੇ ਮਸਾਂ ਹੀ ਭਾਈ ਲਹਿਣਾ ਜੀ ਨੇ ਆਪਣੇ ਘਰ ਦੇ ਵਿੱਚ ਰਾਤ ਦਾ ਸਮਾਂ ਕੱਟਿਆ ਹੈ। ਦੋਹਰਾ ਤਰਪਤ ਵੀ ਪੁਨ ਸਾਰ ਪੁਨ ਉੱਠ ਕੀ ਨੋ ਵਚ ਕਾਮ ਤੜਪਤ ਹਿਰਦਾ ਤੜਪ ਰਿਹਾ ਸੀ ਗੁਰੂ ਸਾਹਿਬ ਕੋਲ ਜਾਣ ਵਾਸਤੇ। ਰਾਤ ਦਾ ਸਮਾਂ ਨਿਕਲਿਆ ਤੇ ਅੰਮ੍ਰਿਤ ਵੇਲਾ ਪੋਹ ਫੁੱਟਣ ਦਾ ਸਮਾਂ ਹੋਇਆ ਹੈ। ਕਾਰ ਸਵਾ ਮਨ ਲਾਉਣ ਕੋ ਕਾੜ ਲੀਨ ਨਿਜ ਧਾਮ ਕਹਿੰਦੇ ਪੋਹ ਫੁੱਟਣ ਦਾ ਸਮਾਂ ਸੀ। ਉਸੇ ਵੇਲੇ ਉੱਠੇ ਨੇ ਉੱਠ ਕੇ ਇਸ਼ਨਾਨ ਕਰ ਆਪਣੀ ਹੱਟੀ ਤੇ ਗਏ ਔਰ ਆਪਣੀ ਹੱਟੀ ਤੇ ਜਾ ਕੇ ਸਵਾ ਮਣ ਲੂਣ ਨਮਕ ਜਿਹੜਾ ਕਹਿੰਦੇ ਉਸੇ ਵੇਲੇ ਉਹ ਲਿਆ ਹੈ। ਜੋ ਪਈ ਪਗਣੀ ਸੁਤ ਆਵਾਸ਼ਿਤ ਨਹੀਂ ਜਦੋਂ ਭਾਈ ਲਹਿਣਾ ਜੀ ਨੇ ਸਵਾ ਮਣ ਨਮਕ ਲੂਣ ਜਿਹੜਾ ਸੀ ਉਹ ਬੋਰੇ ਦੇ ਵਿੱਚ ਲਿਆ ਤੇ ਹੁਣ ਉਹਨੂੰ ਚੁੱਕ ਕੇ ਸਿਰ ਦੇ ਉੱਤੇ ਰੱਖਣਾ ਸੀ। ਉਸੇ ਹੀ ਸਮੇਂ ਕਹਿੰਦੇ ਪਗਣੀ ਕਹਿੰਦੇ ਭੈਣ, ਸੁੱਧ ਕਹਿੰਦੇ ਪੁੱਤਰ, ਜਿਹੜਾ ਕਹਿੰਦੇ ਭੈਣ ਦਾ ਪੁੱਤਰ ਭਣੀਵਾ ਉਹ ਉਧਰੋਂ ਤੁਰਿਆ ਆਉਂਦਾ ਸੀ। ਮਿਲਿਓ ਸੋ ਹੇਤ ਕੀਨ ਮਨ ਮਾਹੀ ਬੜੇ ਪਿਆਰ ਦੇ ਨਾਲ ਉਹ ਭਾਈ ਲਹਿਣਾ ਜੀ ਨੂੰ ਆ ਕੇ ਮਿਲਣਾ ਕਰਦਾ ਹੈ। ਹਿਤ ਸੋ ਕਹਿਓ ਕਾਜ ਅਸ ਕੀਜੈ ਕਹਿੰਦੇ ਨੇ ਉਸ ਭਾਈ ਲਹਿਣਾ ਜੀ ਨੇ ਉਹਨੂੰ ਜਦੋਂ ਆਉਂਦਿਆਂ ਵੇਖਿਆ ਤੇ ਕੋਲ ਆ ਕੇ ਉਹਨੇ ਬੁਲਾਇਆ ਤੇ ਭਾਈ ਲਹਿਣਾ ਜੀ ਆਖਣ ਲੱਗੇ ਮੋਰ ਸਿਰ ਭਾਰ ਉਠਾਈ ਸੋ ਦੀਜੈ ਕਹਿੰਦੇ ਪੁੱਤਰ ਜੀ ਇਸ ਤਰ੍ਹਾਂ ਕਰੋ, ਇਹ ਜਿਹੜਾ ਭਾਰ ਹੈ ਇਹ ਮੇਰੇ ਸਿਰ ਦੇ ਉੱਤੇ ਚੁਕਾ ਦਿਓ, ਭਾਵੇਂ ਜਿਹੜਾ ਬੁਰਾ ਹੈ ਇਹ ਮੇਰੇ ਸਿਰ ਦੇ ਉੱਤੇ ਰਖਵਾ ਦਿਓ। ਸੋ ਬੋਲਿਓ ਮਾ ਤੁਲਜੀ ਸੁਣੀਏ ਉਹ ਅੱਗੋਂ ਬੋਲਿਆ, ਉਹ ਕਹਿਣ ਲੱਗੇ ਮਾਤਲ ਕਹਿੰਦੇ ਮਾਮਾ ਜੀ, ਕਹਿੰਦੇ ਮਾਮਾ ਜੀ ਮੇਰੀ ਗੱਲ ਸੁਣਨਾ ਕਰੋ। ਉਹ ਮਾਨਵ ਤੁਮ ਆਇਸ ਮਨੀਏ ਕਹਿੰਦੇ ਭਾਈ ਲਹਿਣਾ ਜੀ ਨੂੰ ਕਹਿ ਰਿਹਾ ਮਾਮਾ ਜੀ
ਇਸ ਪਿੰਡ ਦੇ ਵਿੱਚ ਤੁਹਾਡਾ ਬੜਾ ਬੋਲਬਾਲਾ ਹੈ, ਬੜਾ ਤੁਹਾਡਾ ਰੁਤਬਾ ਹੈ, ਬੜਾ ਤੁਹਾਡਾ ਮਾਨ ਸਨਮਾਨ ਹੈ, ਤੁਸੀਂ ਕਿਸੇ ਨੂੰ ਵੀ ਕਹਿ ਦਿਓ। ਤੁਹਾਨੂੰ ਆਪਣੇ ਸਿਰ ਦੇ ਉੱਤੇ ਇਹ ਭਾਰ ਚੁੱਕਣ ਦੀ ਕੀ ਲੋੜ ਹੈ? तिनके सिर कुछ बाबो भारा। ਤੁਹਾਡਾ ਇੰਨਾ ਮਾਨ ਸਨਮਾਨ ਹੈ ਇਸ ਪਿੰਡ ਦੇ ਵਿੱਚ, ਜਿਹਨੂੰ ਵੀ ਤੁਸੀਂ ਆਖੋਗੇ ਕੋਈ ਇਨਕਾਰ ਨਹੀਂ ਕਰੇਗਾ। ਕਿਸੇ ਨੂੰ ਵੀ ਬੁਲਾ ਕੇ ਤੁਸੀਂ ਸਿਰ ਚੁਕਾਵੋ, ਇਹ ਭਾਰ ਉਹਦੇ ਸਿਰ ਤੇ ਚੁਕਵਾ ਦੇਵੋ, जे पहुँचाए कर होने जकारा। ਤੇ ਜਿੱਥੇ ਤੁਸੀਂ ਕਹੋਗੇ ਉਹ ਪਹੁੰਚਾ ਦੇਗਾ। ਤੁਹਾਡੀ ਗੱਲ ਕੋਈ ਵੀ ਨਹੀਂ, ਇੱਥੋਂ ਹਿਸਾਬ ਲਾਓ ਵੀ ਭਾਈ ਲੈਣਾ ਜੀ ਦੀ ਕਿੰਨੀ ਇੱਜ਼ਤ ਹੈ ਪਿੰਡ ਦੇ ਵਿੱਚ, ਕਿੰਨਾ ਮਾਨ ਸਨਮਾਨ ਹੈ ਉਹਨਾਂ ਦਾ, ਕਿ ਜਿਹਨੂੰ ਵੀ ਕੋਈ ਗੱਲ ਕਹਿ ਦੇਣ ਉਹ ਗੱਲ ਮੋੜਦਾ ਨਹੀਂ। ਕਹਿੰਦੇ ਮਾਮਾ ਜੀ ਤੁਹਾਨੂੰ ਕੀ ਲੋੜ ਹੈ ਸਿਰ ਤੇ ਭਾਰ ਰੱਖਣ ਦੀ, ਕਿਸੇ ਨੂੰ ਵੀ ਕਹਿ ਦਿਓ, ਤੇ ਜਿੱਥੇ ਕਹੋ ਉੱਥੇ ਇਹ ਨਮਕ ਦੀ ਬੋਈ ਜਿਹੜੀ ਆ ਉਹ ਛੱਡ ਆਵੇਗਾ। त्यों ना करो जे मुझे सिर दीजा है। ਜੇ ਤੁਸੀਂ ਕਿਸੇ ਨੂੰ ਨਹੀਂ ਕਹਿਣਾ ਚਾਹੁੰਦੇ, ਜੇ ਤੁਸੀਂ ਕਿਸੇ ਨੂੰ ਨਹੀਂ ਕਹਿਣਾ ਚਾਹੁੰਦੇ, ਫਿਰ ਮੁਝ ਸਿਰ ਦੀ ਹੈ, ਫਿਰ ਇਦਾਂ ਕਰੋ ਵੀ ਮੇਰੇ ਹੁੰਦਿਆਂ ਤੁਹਾਨੂੰ ਆਪਣੇ ਸਿਰ ਤੇ ਭਾਰ ਚੁੱਕਣ ਦੀ ਕੀ ਲੋੜ ਹੈ? ਤੁਸੀਂ ਇਹ ਮੇਰੇ ਸਿਰ ਦੇ ਉੱਤੇ ਚੁਕਵਾ ਦਿਓ, ਤੇ ਜਿੱਥੇ ਕਹੋਗੇ ਮੈਂ ਛੱਡ ਆਵਾਂਗਾ। जहले चलो ताहि गम नीचे। ਮੈਂ ਤੁਹਾਡੇ ਨਾਲ ਹੀ ਚੱਲਾਂਗਾ, ਜਿੱਥੇ ਕਹੋਗੇ ਉੱਥੇ ਇਹ ਜਿਹੜੀਆਂ ਨਮਕ ਦੀ ਬੋਰੀ ਛੱਡ ਆਵਾਂਗਾ। निज सिर पर नह भार कुचावो। ਪਰ ਮੇਰੇ ਹੁੰਦਿਆਂ ਤੁਸੀਂ ਆਪਣੇ ਸਿਰ ਤੇ ਭਾਰ ਜਿਹੜਾ ਉਹ ਚੁਕਾਓ, ਉਠਾਓ। ਕਹਿੰਦੇ ਇਹ ਮੈਨੂੰ ਚੰਗਾ ਨਹੀਂ ਲੱਗਣਾ। ਕਿੰਨਾ ਆਪਣੇ ਮਾਮਾ ਜੀ ਦੇ ਪ੍ਰਤੀ ਕਿੰਨਾ ਅਦਬ ਸਤਿਕਾਰ ਪਿਆਰ ਹੈ, ਜਾਂ ਕਹਿ ਲਓ ਕਿ ਹਰ ਇੱਕ ਸਾਡੇ ਜਿਹੜੇ ਨੌਜਵਾਨ ਧੀਆਂ ਪੁੱਤਰ ਨੇ, ਹਰ ਇੱਕ ਦੇ ਅੰਦਰ ਆਪਣੇ ਤੋਂ ਵੱਡੀ ਉਮਰ, ਖਾਸ ਕਰਕੇ ਜਿਹੜੇ ਬਜ਼ੁਰਗ ਨੇ, ਉਹਨਾਂ ਦੇ ਪ੍ਰਤੀ ਮਨ ਵਿੱਚ ਮਾਣ ਸਨਮਾਨ ਪਿਆਰ ਹੋਣਾ ਚਾਹੀਦਾ ਹੈ। ਕਿਉਂਕਿ ਹਾਲਾਤ ਜਿੱਦਾਂ ਦੇ ਅਸੀਂ ਸਮਾਜ ਦੇ ਵੇਖਦੇ ਹਾਂ ਨਾ, ਜਿਸ ਮਾਂ ਨੇ ਆਪਣੇ ਸੀਨੇ ਨਾਲ ਲਾ ਕੇ ਪਾਲਿਆ, ਤੇ ਜਿਸ ਪਿਤਾ ਨੇ ਉਂਗਲ ਪਕੜ ਕੇ ਹੱਥ ਪਕੜ ਕੇ ਚੱਲਣਾ ਤੁਰਨਾ ਦੌੜਨਾ ਸਿਖਾਇਆ, ਆਪਣੀ ਪਿੱਠ ਤੇ ਵੀ ਬਿਠਾ ਕੇ ਉਹਨੂੰ ਚਲਾਉਂਦਾ ਰਿਹਾ, ਇੱਕ ਦਿਨ ਜਵਾਨ ਪੁੱਤਰ ਆਪਣੇ ਮਾਂ-ਬਾਪ ਨੂੰ ਵੀ ਧੱਕੇ ਮਾਰਨ ਲੱਗ ਜਾਂਦਾ ਹੈ, ਆਪਣੇ ਮਾਂ-ਬਾਪ ਨੂੰ ਵੀ ਠੋਕਰਾਂ ਮਾਰਨ। ਇੱਥੋਂ ਤੱਕ ਕਈ ਔਲਾਦ ਇੰਨੀ ਮਾੜੀ ਹੈ ਕਿ ਆਪਣੇ ਮਾਂ-ਬਾਪ ਉੱਤੇ ਹੱਥ ਨਹੀਂ ਚੁੱਕ ਲੈਂਦੇ ਆ। ਜਦੋਂ ਸੁਣੀਦਾ ਤੇ ਬੜਾ ਦੁੱਖ ਲੱਗਦਾ ਹੈ ਕਿ ਜਵਾਨ ਪੁੱਤ ਨੇ ਆਪਣੇ ਪਿਤਾ ਨੂੰ ਆਪਣੇ ਹੱਥਾਂ ਦੇ ਨਾਲ ਮਾਰਿਆ, ਜਵਾਨ ਪੁੱਤ ਨੇ ਆਪਣੀ ਮਾਂ ਨੂੰ ਚੰਗੀ ਤਰ੍ਹਾਂ ਜਿਹੜਾ ਉਹ ਕੁੱਟਿਆ ਹੈ। ਉਸ ਵੇਲੇ ਮਾਂ-ਬਾਪ ਤੇ ਕੀ ਬਤੀਤ ਹੁੰਦੀ ਹੋਏਗੀ। ਗੁਰੂ ਸਾਹਿਬ ਕਿਰਪਾ ਕਰਨ ਸਾਡੇ ਮਨਾਂ ਵਿੱਚ, ਅਸੀਂ ਦੁਨੀਆ ਨੂੰ ਆਪਣੀ ਸ਼ਾਨੋ ਸ਼ੌਕਤ ਦਿਖਾਉਂਦੇ ਹਾਂ। ਦਾਸ ਨੂੰ ਯਾਦ ਹੈ ਅੱਜ ਵੀ, ਕੁਝ ਸਾਲ ਪਹਿਲਾਂ ਇੱਕ ਘਟਨਾ ਵਾਪਰੀ ਤੇ ਕਈ ਥਾਵਾਂ ਤੇ ਸਾਂਝੀ ਵੀ ਕੀਤੀ ਹੈ। ਇੱਕ ਨੌਜਵਾਨ ਆਪਣੇ ਬਜ਼ੁਰਗ ਨੂੰ, ਉਹਨਾਂ ਦੇ ਉਹ ਬੱਚੇ ਦਾ ਦਾਦਾ ਲੱਗਦਾ ਸੀ, ਬਜ਼ੁਰਗ ਨੂੰ ਮੋਟਰਸਾਈਕਲ ਦੇ ਪਿੱਛੇ ਬਿਠਾਇਆ ਤੇ ਬਾਜ਼ਾਰ ਵਿੱਚੋਂ ਲੰਘ ਰਿਹਾ। ਹੁਣ ਉਹ ਸਪੀਡ ਇੰਨੀ ਸੀ ਮੋਟਰਸਾਈਕਲ ਦੀ, ਬਜ਼ੁਰਗ ਕੋਲੋਂ ਸੰਭਲਿਆ ਨਾ ਗਿਆ ਤੇ ਉਹ ਡਿੱਗ ਗਿਆ ਬਾਜ਼ਾਰ 'ਚ। ਜਦੋਂ ਬਾਜ਼ਾਰ ਵਿੱਚ ਡਿੱਗਿਆ, ਪਰ ਇਹਨੇ ਇਹ ਨਹੀਂ ਵੀ ਮੋਟਰਸਾਈਕਲ ਤੋਂ ਉਤਰ ਕੇ ਆਪਣੇ ਬਜ਼ੁਰਗ ਨੂੰ ਚੁੱਕ ਲਵਾ, ਨਹੀਂ, ਬਸ ਮੋਟਰਸਾਈਕਲ ਤੇ ਬੈਠਾ ਹੀ ਗਾਲਾਂ ਕੱਢਣ ਲੱਗ ਪਿਆ, ਤੁਸੀਂ ਮੇਰੀ ਬੇਇੱਜ਼ਤੀ ਕਰਾਤੀ, ਤੁਸੀਂ ਬੈਠਣਾ ਨਹੀਂ ਆਉਂਦਾ, ਫਲਾਣਾ। ਪਰ ਲੋਕ ਆਸ-ਪਾਸ ਦੇ ਦੌੜ ਕੇ ਆਏ, ਉਹਨਾਂ ਨੇ ਬਜ਼ੁਰਗ ਨੂੰ ਚੁੱਕਿਆ, ਉਹਨੂੰ ਬਿਠਾ ਕੇ ਪਾਣੀ ਪਿਆਇਆ, ਪਰ ਇਹ ਮੋਟਰਸਾਈਕਲ ਤੋਂ ਨਹੀਂ ਉਤਰਿਆ, ਬੈਠਾ ਬਸ ਜੋ ਮੂੰਹ ਵਿੱਚ ਆਇਆ ਬੋਲੀ ਗਏ। ਅੱਖੀਂ ਦੇਖਿਆ ਸੀ ਨਾ, ਉਸ ਵੇਲੇ ਮਨ ਨੂੰ ਚੋਟ ਪਹੁੰਚੀ ਵੀ ਇਹ ਉਹੀ ਬਜ਼ੁਰਗ ਹੈ ਜਿਹਨੇ ਇਹਨੂੰ ਬੋਲਣਾ ਚੱਲਣਾ ਦੌੜਨਾ ਸਿਖਾਇਆ ਹੋਵੇਗਾ, ਬੈਠਣਾ ਸਿਖਾਇਆ ਹੋਵੇਗਾ, ਤੇ ਅੱਜ ਇਹ ਬਜ਼ੁਰਗ ਨੂੰ ਦੱਸਦਾ ਵੀ ਤੁਹਾਨੂੰ ਬਹਿਣਾ ਕੋਈ ਨਹੀਂ ਆਉਂਦਾ, ਤੁਸੀਂ ਮੇਰੀ ਬੇਇੱਜ਼ਤੀ ਕਰਵਾ ਦਿੱਤੀ, ਬਾਜ਼ਾਰ ਵਿੱਚ ਨਹੀਂ ਬਹਿਣਾ ਆਉਂਦਾ, ਮੇਰੇ ਨਾਲ ਨਾ ਬੜਾ ਕੁਝ ਉਹਨੇ ਸੁਣਾਇਆ। ਪਰ ਫਿਰ ਮੁੜ ਕੇ ਜਦੋਂ ਲੋਕ ਇਕੱਠੇ ਹੋਏ, ਉਹਨਾਂ ਨੇ ਫਿਰ ਉਹਨੂੰ ਲਾਹਨਤਾਂ ਪਾਈਆਂ। ਐਸੀ ਇੱਕ ਘਟਨਾ ਨਹੀਂ, ਸਮਾਜ ਵਿੱਚ ਪਤਾ ਨਹੀਂ ਕਿੰਨੀਆਂ ਐਸੀਆਂ ਘਟਨਾਵਾਂ ਵਾਪਰਦੀਆਂ ਨੇ। ਗੁਰੂ ਸਾਹਿਬ ਕਿਰਪਾ ਕਰਨ ਸਾਡੇ ਮਨਾਂ ਵਿੱਚ ਆਪਣੇ ਬਜ਼ੁਰਗਾਂ ਪ੍ਰਤੀ, ਜਿਹੜੇ ਸਾਡੇ ਤੋਂ ਵੱਡੀ ਉਮਰ ਦੇ ਆ, ਉਹਨਾਂ ਪ੍ਰਤੀ ਪਿਆਰ ਸਤਿਕਾਰ ਸਾਡੇ ਮਨ ਵਿੱਚ ਹੋਣਾ ਚਾਹੀਦਾ ਹੈ। ਇਹਨੇ ਆਖਿਆ ਮਾਮਾ ਜੀ ਮੇਰੇ ਹੁੰਦਿਆਂ ਤੁਸੀਂ ਆਪਣੇ ਸਿਰ ਤੇ ਇਹ ਭਾਰ ਕਿਉਂ ਚੁੱਕੋਗੇ? ਮੇਰੇ ਹੁੰਦਿਆਂ ਮੈਂ ਤੁਹਾਨੂੰ ਸਿਰ ਤੇ ਇਹ ਬੋਰਾ ਚੁੱਕਣ ਨਹੀਂ ਦੇਣਾ, ਤੁਸੀਂ ਕਿਰਪਾ ਕਰੋ ਹੱਥ ਲਾਓ ਤੇ ਇਹ ਜਿਹੜਾ ਬੋਰਾ ਕੀ ਮੇਰੇ ਸਿਰ ਤੇ ਚੁਕਾ ਦੇਵੋ, ਇਹ ਤੁਮ ਉਚਿਤ ਨਹੀਂ ਦੁੱਧ ਪਾਵੋ। ਕਿਉਂਕਿ ਇਹ ਮੇਰੇ ਸਾਹਮਣੇ, ਇਹ ਮੈਨੂੰ ਚੰਗਾ ਨਹੀਂ ਲੱਗਣਾ ਉਚਿਤ, ਇਹ ਮੇਰੇ ਸਾਹਮਣੇ ਇਹ ਉਚਿਤ ਨਹੀਂ ਹੈ ਕਿ ਮੈਂ ਤੁਹਾਡੇ ਸਾਹਮਣੇ ਖਲੋਤਾ ਤੇ ਤੁਸੀਂ ਇੰਨਾ ਭਾਰ ਜਿਹੜਾ ਸਿਰ ਤੇ ਚੁੱਕ ਕੇ ਤੁਰੇ ਜਾਓਗੇ। ਇਸ ਲਈ ਮਾਮਾ ਜੀ ਮੇਰੀ ਬੇਨਤੀ ਹੈ ਕਿ ਤੁਸੀਂ ਇਹ ਭਾਰ ਮੇਰੇ ਸਿਰ ਤੇ ਰਖਾਵੋ, ਜਿੱਥੇ ਕਹੋਗੇ ਮੈਂ ਤੁਹਾਡੇ ਨਾਲ ਚੱਲਾਂਗਾ। ਦੋਹਰਾ ਕਹਿ ਲੈਣਾ ਸੁਣ ਸੁਣਾਉਣ ਮੈਂ, ਜੇ ਕੁਛ ਪਦਾਰਥ ਪਾਏ। ਭਾਈ ਲੈਣਾ ਜੀ ਨੇ ਆਖਿਆ ਵੀ ਨਹੀਂ, ਇੱਥੇ ਗੱਲ ਭਾਰ ਚੁੱਕਣ ਦੀ ਨਹੀਂ ਹੈ, ਇੱਥੇ ਗੱਲ ਹੈ ਵੀ ਜਿਹਦੇ ਘਰ ਵਿੱਚ ਮੈਂ ਜਾਣਾ ਨਾ, ਉਹਦੇ ਘਰ ਵਿੱਚੋਂ ਮੈਂ ਦਾਤਾਂ ਬਖਸ਼ਿਸ਼ਾਂ ਬੜੀਆਂ ਲੈਣੀਆਂ ਨੇ। ਧਿਆਨ ਰੱਖਿਓ, ਇਸ ਘਰ ਦੇ ਵਿੱਚ ਅਸੀਂ ਕਦੇ ਚੜ ਕੇ ਹੰਕਾਰ ਨਾਲ ਨਹੀਂ ਆਉਣਾ, ਕਦੇ ਹੰਕਾਰ ਤੇ ਚੜ ਕੇ ਨਾ ਆਈਏ। ਮਹਾਰਾਜ ਕਹਿੰਦੇ ਤੂੰ ਸੇਵਾ ਦੀ ਕਰ, ਪਰ ਮਨ ਵਿੱਚ ਮਾਣ ਹੰਕਾਰ ਰੱਖ ਕੇ ਨਹੀਂ, ਤੂੰ ਆਪਣਾ ਮਨ ਅੱਗੇ ਨਿਮਰਤਾ ਵਿੱਚ ਰੱਖ ਕੇ ਸੇਵਾ ਕਰ, ਫਿਰ ਉਹਦੇ ਬਦਲੇ ਮਹਾਰਾਜ ਨੇ ਕਿੰਨੀਆਂ ਕੋ ਬਖਸ਼ਿਸ਼ਾਂ ਦੇ ਦੇਣੀਆਂ ਵੀ ਜਿਹੜੀਆਂ ਤੇਰੇ ਕੋਲੋਂ ਗਿਣੀਆਂ ਵੀ ਕੋਈ ਨਹੀਂ ਜਾਣੀਆਂ। ਅੰਮ੍ਰਿਤ ਨਹੀਂ ਬਚਨ ਆਉਂਦੇ ਆ, ਹਸਤੀ ਸਿਰ ਜਿਉਂ ਅੰਕਸ਼ ਹੈ, ਅਹਰਨ ਜਿਉਂ ਸਿਰ ਦੇ। ਜੇ ਅਹਰਨ ਵਿੱਚ ਉਹਨੇ ਸਿਰ ਦਿੱਤਾ ਹੈ ਤਾਂ ਉਹ ਹਾਥੀ ਦੇ ਉੱਤੇ, ਇੱਕ ਮੁਹਾਵਤ ਦੇ ਹੱਥ ਵਿੱਚ ਡੰਡਾ ਕੁੰਡਾ ਹੁੰਦਾ ਹੈ, ਉਹ ਇੱਕ ਕੁੰਡਾ ਪੂਰੇ ਹਾਥੀ ਨੂੰ ਕਾਬੂ ਕਰਕੇ ਰੱਖਦਾ ਹੈ, ਪਰ ਐਵੇਂ ਨਹੀਂ ਕਰਦਾ ਕਿਉਂਕਿ ਉਹਨੇ ਅਹਰਨ ਵਿੱਚ ਆਪਣਾ ਸਿਰ ਦਿੱਤਾ ਹੋਇਆ ਹੈ, ਉਹਨੇ ਆਪਣੇ ਸਿਰ ਦੀ ਬਾਜੀ ਲਾਈ ਹੋਈ ਹੈ। ਹਸਤੀ ਸਿਰ ਜਿਉਂ ਅੰਕਸ਼ ਹੈ, ਅਹਰਨ ਜਿਉਂ ਸਿਰ ਦੇ, ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ, ਇਉਂ ਗੁਰਮੁਖ ਆਪ ਨਵਾਰੀਏ ਸਭ ਰਾਜ ਸ੍ਰਿਸ਼ਟ ਕਾਲੇ। ਮਾਰੇ ਕਹਿੰਦੇ ਇਉਂ ਗੁਰਮੁਖ ਆਪ ਨਵਾਰੀਏ, ਇਸ ਤਰ੍ਹਾਂ ਆਪਣਾ ਆਪਾਂ ਨਵਾਰ ਸਮਰਪਣ ਕਰਕੇ ਜੁੜ ਤੇ ਸਾਰੀ ਸ੍ਰਿਸ਼ਟੀ ਦਾ ਰਾਜ ਮਾਰੇ ਤੇਰੀ ਝੋਲੀ ਵਿੱਚ ਪਾ ਦੇਣਗੇ। ਭਾਈ ਲੈਣਾ ਜੀ ਨੇ ਆਖਿਆ ਪੁੱਤਰ ਨਹੀਂ, ਤੇਰੇ ਮਾਣ ਸਨਮਾਨ ਦੀ ਮੈਂ ਕਦਰ ਕਰਦਾ ਕਿ ਜੋ ਤੂੰ ਮੈਨੂੰ ਇੰਨਾ ਮਾਣ ਸਨਮਾਨ ਦੇ ਰਿਹਾ, ਪਰ ਜਿਸ ਘਰ ਦੇ ਵਿੱਚ ਮੈਂ ਜਾਣਾ ਨਾ, ਉਹਦੇ ਘਰ ਵਿੱਚੋਂ ਜਿਹੜੀਆਂ ਬਖਸ਼ਿਸ਼ਾਂ ਮਿਲਦੀਆਂ ਹਨ, ਸੋ ਲੇਵੇ ਤੂੰ ਕਹਿ ਨਹੀਂ ਕਿਦੋਂ ਦੇ ਕਿਸ ਜਾਏ। ਤੇ ਜੇ ਉਹ ਬਖਸ਼ਿਸ਼ਾਂ ਲੈਣੀਆਂ ਨੇ ਤੇ ਫਿਰ ਸੇਵਾ ਵੀ ਮੈਨੂੰ ਆਪ ਕਰਨੀ ਪੈਣੀ ਹੈ। ਇਹ ਨਹੀਂ ਵੀ ਸਿਰ ਤੇ ਭਾਰ ਮੈਂ ਤੇਰੇ ਚੁਕਾ ਦੇਵਾਂ ਤੇ ਝੋਲੀ ਮੈਂ ਆਪਣੀ ਅੱਗੇ ਕਰਕੇ ਕਹਾਂ ਵੀ ਮੇਰੀ ਝੋਲੀ 'ਚ ਖੈਰ ਪਾ ਦਿਓ, ਪਰ ਸੇਵਾ ਤੇ ਤੂੰ ਨਿਭਾਏਂਗਾ ਤੇ ਮੈਂ ਮੇਰੀ ਝੋਲੀ 'ਚ ਖੈਰ ਕਿਵੇਂ ਪੈ ਜਾਏਗੀ? ਜਿਵੇਂ ਕਿਸੇ ਦੇ ਘਰ ਕੋਈ ਬੰਦਗੀ ਵਾਲੇ ਗਏ ਤੇ ਉਹਨਾਂ ਨੇ ਪ੍ਰਸ਼ਾਦਾ ਛਕਾਇਆ, ਭੋਜਨ ਛਕਾਇਆ। ਹੁਣ ਭੋਜਨ ਛਕਾਉਣ ਵਾਲਾ ਕੌਣ ਸੀ? ਜਿਹੜੇ ਘਰ ਵਿੱਚ ਨੌਕਰ ਰੱਖੇ ਹੋਏ ਸਨ। ਉਹ ਆਪ ਬੜੇ ਆਰਾਮ ਨਾਲ ਬੈਠਾ ਸੋਫੇ ਦੇ ਉੱਤੇ ਹੁਕਮ ਚਲਾ ਰਿਹਾ ਵੀ ਆਹ ਬਣਾ ਲਓ, ਆਹ ਲਿਆਓ, ਇਸ ਤਰ੍ਹਾਂ ਕਰੋ। ਸਾਰੀ ਸੇਵਾ ਕਹਿੰਦੇ ਬਣਾਉਣ ਤੋਂ ਛਕਾਉਣ ਤੱਕ ਘਰ ਦੇ ਜਿਹੜੇ ਨੌਕਰ ਸੀ ਉਹਨਾਂ ਨੇ ਕੀਤੀ। ਤੇ ਜਦੋਂ ਉਹ ਰੱਬ ਦੇ ਪਿਆਰ ਵਾਲੀ ਬੰਦਗੀ ਵਾਲਿਆਂ ਨੇ ਜਦੋਂ ਕਹਿੰਦੇ ਭੋਜਨ ਛਕਣ ਤੋਂ ਬਾਅਦ ਅਰਦਾਸ ਕੀਤੀ ਨਾ, ਤੇ ਅਰਦਾਸ ਵਿੱਚ ਨਾਮ ਉਹਨਾਂ ਦਾ ਲਿਆ, ਪਰਿਵਾਰ ਦਾ ਨਾਮ ਹੀ ਨਹੀਂ ਲਿਆ, ਤੇ ਉਹਨਾਂ ਦੇ ਮੱਥੇ ਵੱਟ ਪੈ ਗਿਆ। ਉਹ ਕਹਿੰਦੇ ਵੀ ਸਾਡਾ ਨਾਮ ਤੁਸੀਂ ਅਰਦਾਸ ਵਿੱਚ ਕਿਉਂ ਨਹੀਂ ਲਿਆ? ਇਹ ਤਾਂ ਸਾਡੇ ਘਰ ਦੇ ਨੌਕਰ ਆ। ਉਹਨੇ ਆਖਿਆ ਜਿਹੜਾ ਸੇਵਾ ਕਰੇਗਾ ਫਲ ਤੇ ਉਹਨੂੰ ਮਿਲਣਾ। ਤੁਸੀਂ ਸੇਵਾ ਕਿਹੜੀ ਕੀਤੀ ਹੈ? ਸੋਫੇ ਤੇ ਬੈਠ ਕੇ ਆਰਾਮ ਨਾਲ ਹੁਕਮ ਚਲਾ ਰਹੇ ਹੋ। ਜਿਹਨੇ ਸੇਵਾ ਕੀਤੀ ਹੈ ਫਲ ਉਹਨੂੰ ਮਿਲਣਾ ਹੈ। ਇਸ ਲਈ ਕਹਿੰਦੇ ਨੇ ਜਿਹੜੀ ਦਾਤ ਮੈਂ ਗੁਰੂ ਸਾਹਿਬ ਦੇ ਘਰ ਚੋਂ ਲੈਣੀ ਆ,
ਉਹ ਕਿਵੇਂ ਮਿਲੇਗੀ? ਉਹਦੇ ਲਈ ਆਪ ਸੇਵਾ ਵਿੱਚ ਜੁੜਨਾ ਪਵੇਗਾ। ਜੋ ਭਈ ਸਮਝੋ ਇਸ ਵਿਦ ਹਿਰਦੇ ਮਜਾਰਾ। ਕਹਿੰਦੇ ਪੁੱਤਰ ਜੀ ਮੇਰੀ ਗੱਲ ਨੂੰ ਸਮਝੋ, ਮੇਰੀ ਭਾਵਨਾ ਨੂੰ ਸਮਝੋ। ਮੈਂ ਜਿਹਦੇ ਘਰ ਵਿੱਚ ਜਿਹਦੇ ਦਰ ਤੇ ਚੱਲਿਆ ਉੱਥੇ ਮੈਨੂੰ ਇਹ ਆਪਣੇ ਸਿਰ ਤੇ ਹੀ ਇਹ ਨਮਕ ਦਾ ਭਾਰ ਚੁੱਕ ਕੇ ਲੈ ਜਾਣਾ ਪਏਗਾ। ਇਸ ਲਈ ਮੇਰੀ ਭਾਵਨਾ ਨੂੰ ਸਮਝਣਾ ਕਰੋ। ਪੂਰਨ ਉਚ ਬਾਬੋ ਸਿਰ ਭਾਰਾ। ਪੂਰਨ ਬਿਨਾਂ ਦੇਰੀ ਲਾਇਆ ਹੁਣ ਅੱਗੇ ਕੋਈ ਸਵਾਲ ਨਹੀਂ ਕਰਨਾ, ਮੇਰੀ ਭਾਵਨਾ ਨੂੰ ਸਮਝੋ। ਇਸ ਲਈ ਉੱਚ ਬਾਬੋ ਸਿਰ ਭਾਰਾ ਆ ਬੋਰੀ ਚੁੱਕ ਕੇ ਮੇਰੇ ਸਿਰ ਉੱਤੇ ਰਖਵਾਉਣਾ ਕਰੋ। ਜੋ ਕਹਿ ਲੀਨੋ ਸੀਸ ਉਠਾਈ। ਕਹਿੰਦੇ ਜਦੋਂ ਇਹ ਬਚਨ ਗਿਆ ਫਿਰ ਮੰਨਣਾ ਪੈਣਾ ਸੀ। ਉਸੇ ਵੇਲੇ ਕਹਿੰਦੇ ਉਹ ਭਾਰ ਚੁੱਕ ਕੇ ਸਿਰ ਤੇ ਰਖਵਾ ਦਿੱਤਾ। ਨਿਕਸਿਓ ਵਹਿਰ ਭਾਈ ਮਗ ਪਾਈ। ਉਸੇ ਵੇਲੇ ਭਾਈ ਲੈਣਾ ਜੀ ਸਿਰ ਉੱਤੇ ਸਵਾ ਮਣ ਨਮਕ ਦੀ ਬੋਰੀ ਰੱਖ ਕੇ ਤੇ ਕਹਿੰਦੇ ਖਡੂਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਅਬਰ ਨਾ ਕਿਸੇ ਟੇਕ ਭੇਦ ਬਖਾਨਾ। ਕਿਸੇ ਨਾਲ ਦੀ ਕੋਈ ਬਾਤ ਕੋਈ ਗੱਲਬਾਤ ਨਹੀਂ ਕੀਤੀ ਹੈ। ਜਸਪਦ ਪੁਰ ਕਰ ਤਾਰ ਪਿਆਨਾ। ਬਸ ਬਿਨਾਂ ਦੇਰੀ ਲਾਇਆ ਕਰਤਾਰਪੁਰ ਸਾਹਿਬ ਪਹੁੰਚਣਾ ਚਾਹੁੰਦੇ ਹਨ। ਕਰਮ ਕਰ ਤਹਾਂ ਪਹੁੰਚਿਓ ਜਾਈ। ਕਹਿੰਦੇ ਨੇ ਭਾਵਨਾ ਦੇ ਨਾਲ ਕਦਮ ਕਦਮ ਚੱਲਦੇ ਚੱਲਦੇ ਕਰਤਾਰਪੁਰ ਸਾਹਿਬ ਪਹੁੰਚ ਗਏ ਹਨ। ਸ੍ਰੀ ਨਾਨਕ ਜਹ ਭਉਣ ਸਵਾਈ। ਭੌਣ ਦਾ ਅਰਥ ਹੁੰਦਾ ਘਰ, ਜਿੱਥੇ ਗੁਰੂ ਨਾਨਕ ਸਾਹਿਬ ਜੀ ਰਹਿੰਦੇ ਨੇ। ਭਾਈ ਲੈਣਾ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਘਰ ਪਹੁੰਚੇ ਹਨ। ਵਹਿਰ ਕਿਦਾਰ ਦੇਖਣੇ ਹਿਤਾ। ਤੇ ਜਦੋਂ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਪਹੁੰਚੇ, ਘਰ ਮਾਤਾ ਜੀ ਮਾਤਾ ਸੁਲੱਖਣੀ ਜੀ ਨੇ ਤੇ ਗੁਰੂ ਨਾਨਕ ਸਾਹਿਬ ਜੀ ਬਾਹਰ ਖੇਤਾਂ ਦੇ ਵਿੱਚ ਕਹਿੰਦੇ ਕਿਰਤ ਕਰਨ ਵਾਸਤੇ ਗਏ ਨੇ। ਜੋ ਖੇਤ ਨੇ ਜਿੱਥੇ ਕਿਰਤ ਕਰਦੇ ਆ ਗੁਰੂ ਸਾਹਿਬ ਜੀ ਉਸ ਪਾਸੇ ਗਏ ਹਨ। ਗਏ ਹੁਤੇ ਬੇਦੀ ਕੁਲ ਕੇਤਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੰਨੇ ਵੀ ਕਿਰਤ ਕਰਨ ਵਾਲੇ ਕਾਮੇ ਨੇ ਉਹਨਾਂ ਨੂੰ ਨਾਲ ਲੈ ਕੇ ਖੇਤ ਵੱਲ ਗਏ ਹਨ। ਸਦਨ ਸੁਲਖਣੀ ਕੇਟੇ ਜਾਈ। ਉਸ ਵੇਲੇ ਮਾਤਾ ਸੁਲੱਖਣੀ ਜੀ ਘਰ ਵਿੱਚ ਸਨ ਤੇ ਭਾਈ ਲੈਣਾ ਜੀ ਕਹਿੰਦੇ ਨੇ ਦਰਵਾਜ਼ੇ ਤੇ ਪਹੁੰਚੇ ਹਨ। ਭਾਰ ਉਠਾਇਓ ਦੀਨ ਟਿਕਾਈ। ਉਹ ਭਾਰ ਜਿਹੜਾ ਸਿਰ ਤੇ ਸਵਾ ਮਣ ਨਮਕ ਲੂਣ ਜਿਹੜਾ ਸੀ ਉਹ ਬੋਰੀ ਸਿਰ ਤੋਂ ਕਹਿੰਦੇ ਉਤਾਰ ਕੇ ਥੱਲੇ ਰੱਖੀ ਹੈ। ਪੂਜਣ ਲਗਿਓ ਗੁਰੂ ਕਸਾਈ। ਉਸੇ ਵੇਲੇ ਮਾਤਾ ਜੀ ਆਏ, ਪੁੱਛਿਆ ਕੌਣ? ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਆਇਆ, ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਇਆ। ਤੇ ਗੁਰੂ ਸਾਹਿਬ ਜੀ ਕਿੱਥੇ ਹਨ? ਕਿਤ ਦੇਸ਼ ਗਮਣੇ ਦੇਖ ਬਤਾਈ। ਇਸ ਪਾਸੇ ਨੂੰ ਗੁਰੂ ਨਾਨਕ ਸਾਹਿਬ ਗਏ ਨੇ। ਮਾਤਾ ਜੀ ਦੱਸਣਾ ਕਰੋ। ਕਹੈ ਸੁਲਖਣੀ ਕੋ ਤੂੰ ਇਹੀ। ਮਾਤਾ ਸੁਲੱਖਣੀ ਜੀ ਨੇ ਵੇਖਿਆ ਵੀ ਪਹਿਰਾਵਾ ਬੜਾ ਸੋਹਣਾ ਪਾਇਆ ਹੋਇਆ, ਬੜੇ ਸੋਹਣੇ ਵਸਤਰ ਜਿਹੜੇ ਨੇ ਉਹ ਪਾਏ ਹੋਏ ਨੇ ਤੇ ਇੱਕ ਬੋਰੀ ਲਿਆ ਕੇ ਅੱਗੇ ਰੱਖ ਦਿੱਤੀ ਆ। ਉਸੇ ਵੇਲੇ ਮਾਤਾ ਜੀ ਨੇ ਪੁੱਛਿਆ ਕੋ ਤੂੰ ਆਹੀ, ਵੀ ਪੁਰਖਾ ਤੂੰ ਕੌਣ ਹੈ? ਕਿਉਂ ਬੂਝਤ ਕਿਸੇ ਪੁਰ ਮਹਿ ਰਹੀ। ਤੂੰ ਕਿਹੜੇ ਪੁਰ ਵਿੱਚ ਰਹਿਣ ਵਾਲਾ, ਕਿਹੜੇ ਨਗਰ ਪਿੰਡ ਵਿੱਚੋਂ ਰਹਿਣ ਵਾਲਾ ਹੈ? ਤੇ ਗੁਰੂ ਨਾਨਕ ਸਾਹਿਬ ਜੀ ਵੇਲੇ ਬਾਰੇ ਸਵੇਰੇ ਸਵੇਰੇ ਆ ਕੇ ਕਿਉਂ ਪੁੱਛ ਰਿਹਾ ਹੈ? ਭਾਰ ਵਿਖੇਗਾ ਆਨਿਓ ਤੋਂ ਹੀ। ਉਹ ਜਿਹੜਾ ਤੂੰ ਬੋਰੀ ਵਿੱਚ ਭਾਰ ਲੈ ਕੇ ਆਇਆ, ਇਸ ਬੋਰੀ ਦੇ ਵਿੱਚ ਕੀ ਹੈ? ਦੇਵ ਬਤਾਏ ਕਾਜ ਜੋ ਹੋਈ। ਦੱਸ ਕੀ ਕਾਰਜ ਹੈ, ਕੀ ਕੰਮ ਹੈ ਤੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੋ ਤੂੰ ਪੁੱਛ ਰਿਹਾ ਹੈ? ਸੁਣ ਕੇ ਲਹਿਣੇ ਗਿਰਾ ਅਲਾਈ। ਭਾਈ ਲੈਣਾ ਜੀ ਨੇ ਹੱਥ ਜੋੜ ਕੇ ਮਾਤਾ ਜੀ ਅੱਗੇ ਇਸ ਤਰ੍ਹਾਂ ਆਖਣਾ ਕੀਤਾ। ਭਾਰ ਲਵਣ ਕੋ ਹੈ ਇਹ ਮਾਈ। ਮਾਈ ਦਾ ਅਰਥ ਹੈ ਮਾਂ। ਇਹ ਮਾਤਾ ਜੀ ਇਹ ਜਿਹੜੀ ਬੋਰੀ ਹੈ ਇਹਦੇ ਵਿੱਚ ਨਮਕ ਪਾਵ ਲੂਣ ਲੈ ਕੇ ਆਇਆ ਹਾਂ। ਆਨਿਓ ਭੇਟ ਦੀਨ ਕੇ ਕਾਜੇ। ਇਹ ਗੁਰੂ ਸਾਹਿਬ ਜੀ ਅੱਗੇ ਭੇਟ ਕਰਨ ਵਾਸਤੇ ਲੈ ਕੇ ਆਇਆ, ਗੁਰੂ ਸਾਹਿਬ ਜੀ ਅੱਗੇ ਸਮਰਪਣ ਕਰਨ ਨੂੰ ਲਿਆਇਆ ਹਾਂ। ਕਰੋ ਗੁਰੂ ਗਰੀਬ ਨਿਵਾਜੇ। ਗੁਰੂ ਗਰੀਬ ਨਿਵਾਜ ਜੀ ਕਿਤੇ ਤੁਰਟ ਕੇ ਮੇਰੇ ਤੇ ਆਪਣੀ ਗਰੀਬ ਨਿਵਾਜੀ ਕਰ ਦੇਵਣ। ਰੱਖੋ ਇਹ ਨਿਕੇਤ ਕੇ ਮਾਹੀ। ਇਹਨੂੰ ਘਰ ਦੇ ਅੰਦਰ ਮਾਤਾ ਜੀ ਰੱਖਣਾ ਕਰੋ। ਤਿਨੇ ਬਤਾਵੋ ਜਾਵੋ ਪਾਈ। ਔਰ ਮੈਨੂੰ ਦੱਸੋ ਵੀ ਇਸ ਵੇਲੇ ਗੁਰੂ ਨਾਨਕ ਸਾਹਿਬ ਕਿੱਥੇ ਨੇ ਤੇ ਮੈਂ ਉਹਨਾਂ ਦੇ ਜਾ ਕੇ ਦਰਸ਼ਨ ਕਰ ਲਵਾਂ। ਸੁਣ ਕੇ ਬਚਨ ਲਵਣ ਕੋ ਭਾਰਾ। ਕਹਿੰਦੇ ਮਾਤਾ ਜੀ ਨੇ ਜਦੋਂ ਸੁਣਿਆ ਤੇ ਦਰਵਾਜ਼ੇ ਤੇ ਹੀ ਖਲੋਤੇ ਆ, ਭਾਈ ਲੈਣਾ ਦੀ ਬੋਰੀ ਵੀ ਉੱਥੇ ਰੱਖੀ। ਮਾਤਾ ਜੀ ਨੇ ਜਦੋਂ ਸੁਣਿਆ ਤੇ ਆਖਣਾ ਕੀਤਾ। ਰਖਵਾਇਓ ਨਿਜ ਸਦਨ ਮਝਾਰਾ। ਮਾਤਾ ਜੀ ਕਹਿੰਦੇ ਇਸ ਤਰ੍ਹਾਂ ਕਰ, ਆ ਜਿਹੜੀ ਬੋਰੀ ਤੂੰ ਲੈ ਕੇ ਆਇਆ ਇਹਨੂੰ ਅੰਦਰ ਘਰ ਦੇ ਅੰਦਰ ਰਖਵਾਉਣਾ ਕਰ। ਕਹਿਓ ਕਿਦਾਰ ਧਾਨ ਕੇ ਜਿਹਵਾ। ਕਿ ਕਹਿੰਦੇ ਮਾਤਾ ਜੀ ਨੇ ਆਖਿਆ ਵੀ ਗੁਰੂ ਨਾਨਕ ਸਾਹਿਬ ਜਿਹੜੇ ਧਾਨ ਦਾ ਖੇਤ ਹੈ ਉਸ ਪਾਸੇ ਨੂੰ ਗਏ ਹਨ। ਕਰਵਾਵੇ ਕ੍ਰਿਤ ਬੈਠੇ ਤਹਵਾ। ਖੇਤ ਜਿਹੜਾ ਧਾਨ ਦੀ ਫਸਲ ਹੈ ਜਿੱਥੇ ਉੱਥੇ ਬੈਠੇ ਹੋਣਗੇ ਤੇ ਕਾਮਿਆਂ ਕੋਲੋਂ ਕਿਰਤ ਜਿਹੜੀ ਆ ਉਹ ਕਰਵਾ ਰਹੇ ਹਨ। ਤਬ ਗਮਣਿਓ ਜਿਤ ਦਿਸ਼ਾ ਬਤਾਏ। ਮਾਤਾ ਜੀ ਨੇ ਇਸ਼ਾਰਾ ਕਰਕੇ ਦੱਸਿਆ ਵੀ ਫਲਾਣੀ ਥਾਂ ਤੇ ਖੇਤ ਨੇ, ਉਹਨਾਂ ਖੇਤਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਣਗੇ। ਵਿਗਤ ਦੂਰ ਤੇ ਰਹਿ ਸਾਏ। ਕਹਿੰਦੇ ਉਸੇ ਵੇਲੇ ਬਿਨਾਂ ਦੇਰੀ ਲਾਇਆ ਭਾਈ ਲੈਣਾ ਦੀ ਤੁਰ ਪਏ। ਤੁਰੇ ਜਾਂਦੇ ਆ ਤੇ ਦੂਰੋਂ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਵਿਰਾਜਮਾਨ ਹੋਇਆ ਵੇਖਿਆ ਤੇ ਦੂਰੋਂ ਹੀ ਵੇਖ ਕੇ ਕਹਿੰਦੇ ਨੇ ਪ੍ਰਸੰਨ ਹੋ ਗਏ। ਜਿਵੇਂ ਪੰਖੜੀਆਂ ਖਿੜ ਜਾਂਦੀਆਂ ਨਾ ਫੁੱਲ ਦੀਆਂ, ਸੂਰਜ ਦੀ ਕਿਰਨਾਂ ਵੇਖ ਕੇ ਕਮਲ ਦੀਆਂ ਪੰਖੜੀਆਂ ਖਿੜਦੀਆਂ ਨੇ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਕੇ ਤਨ ਮਨ ਹੋਏ ਨਿਹਾਲ। ਜਾਂ ਗੁਰੂ ਦੇਖਾ ਸਾਹਮਣੇ ਤਨ ਮਨ ਕਰਕੇ ਨਿਹਾਲ ਹੋਏ ਹਨ। ਪਰਮ ਪ੍ਰੇਮ ਕਰ ਕਹਿ ਤਤ ਕਾਲਾ। ਪਰਮ ਪ੍ਰੇਮ ਵਿੱਚ ਭਿੱਜੇ ਹੋਏ ਭਾਈ ਲੈਣਾ ਜੀ ਪਰਿਓ ਪਾਏ ਪੰਕਜ ਧਰ ਭਾਲਾ। ਜਾਂਦੇ ਆ ਸਾਰੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਰੱਖ ਦਿੱਤਾ। ਨਿਜ ਆਵਤ ਜਿਤ ਸ਼੍ਰੀ ਜਗਨਾਥਾ। ਕਹਿੰਦੇ ਨੇ ਨਿਤ ਕਾਵੇਂ ਚਿਤ ਸ਼੍ਰੀ ਜਗਨਨਾਥਾ। ਗੁਰੂ ਸਾਹਿਬ ਨੇ ਹੱਥ ਰੱਖ ਕੇ ਕੀ ਆਖਿਆ ਵੀ ਤੁਹਾਨੂੰ ਨਿਤ ਪਰਮੇਸ਼ਵਰ ਚੇਤੇ ਆਵੇ। ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਕਹਿੰਦੇ ਨੇ ਨਿਤ ਆਵਹਿ ਚਿਤ ਸ਼੍ਰੀ ਜਗਨਨਾਥਾ। ਜਿਹੜੇ ਜਗਤ ਦੇ ਨਾਥ ਪਰਮੇਸ਼ਵਰ ਵਾਹਿਗੁਰੂ ਜੀ ਨੇ ਉਹ ਤੁਹਾਨੂੰ ਸਦਾ ਚਿਤ ਆਉਂਦੇ। ਇਹ ਅਸੀਸਾਂ ਚਾਹੀਦੀਆਂ ਨੇ ਸਾਨੂੰ। ਅਸੀਂ ਬਾਹਰ ਦੀਆਂ ਅਸੀਸਾਂ ਲੈ ਕੇ ਬੜੇ ਖੁਸ਼ ਹੋ ਰਹੇ ਹਾਂ, ਪਰ ਜਿਹੜੀਆਂ ਆਹ ਦੋ ਅਸੀਸਾਂ ਅੱਗੇ ਵੀ ਜ਼ਿਕਰ ਕੀਤਾ ਹੋਇਆ ਕਿ ਗੁਰੂ ਸਾਹਿਬ ਦੇ ਘਰ ਤੋਂ ਬਿਨਾ ਦੋ ਅਸੀਸਾਂ ਤੁਹਾਨੂੰ ਕਿਤੇ ਵੀ ਨਹੀਂ ਮਿਲਣੀਆਂ। ਦੋ ਅਸੀਸਾਂ ਲੈਣ ਲਈ ਤੁਹਾਨੂੰ ਗੁਰੂ ਸੰਗਤ ਵਿੱਚ ਆਉਣਾ ਹੀ ਪੈਣਾ। ਪਹਿਲੀ ਅਸੀਸ ਜਿਹਦੇ ਨਾਲ ਸਾਡਾ ਜਨਮ ਤੋਂ ਮਰਨ ਤੱਕ ਦਾ ਜੀਵਨ ਸਫਲ ਹੋ ਜਾਏਗਾ। ਜਨਮ ਵੇਲੇ ਪੂਤਾ ਮਾਤਾ ਕੀ ਅਸੀਸ ਨਿਮਕ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਤੇ ਜੀਵਨ ਜਿਉਂਦਿਆਂ ਜਿਉਂਦਿਆਂ ਜਦੋਂ ਮੌਤ ਕਾਲ ਤੱਕ ਆਉਣਾ ਤੇ ਮਹਾਰਾਜ ਕਹਿੰਦੇ ਇੱਕ ਅਸੀਸ ਹੋਰ ਲੈ ਕੇ ਚਲੀ। ਦੇਖੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਇਹਨਾਂ ਦੋ ਅਸੀਸਾਂ ਤੋਂ ਬਿਨਾ ਅਸੀਂ ਕੱਖ ਦੇ ਵੀ ਨਹੀਂ ਆ। ਦੁਨੀਆ ਸਾਹਮਣੇ ਆਪਾਂ ਲੱਖ ਦੇ ਹੋਵਾਂਗੇ, ਕਰੋੜਾਂ ਦੇ, ਅਰਬਾਂ ਦੇ ਹੋਵਾਂਗੇ, ਪਰ ਜੇ ਸਾਡੇ ਪੱਲੇ ਆ ਦੋ ਅਸੀਸਾਂ ਨਹੀਂ ਨਾ ਤੇ ਫਿਰ ਉਸ ਮਾਲਕ ਦੀ ਨਜ਼ਰ ਵਿੱਚ ਅਸੀਂ ਕੱਖ ਦੇ ਵੀ ਨਹੀਂ ਆ। ਗੁਰੂ ਸਾਹਿਬ ਨੇ ਅਸੀਸ ਦਿੱਤੀ ਕਿ ਪਰਮੇਸ਼ਵਰ ਸਦਾ ਚਿੱਤ ਆਉਂਦਾ ਰਵੇ। ਅਸ ਕਹਿ ਧਰਿਓ ਸੀਸ ਪਰ ਹਾਥਾ। ਗੁਰੂ ਸਾਹਿਬ ਨੇ ਨਾਲੇ ਸਿਰ ਤੇ ਹੱਥ ਰੱਖਿਆ ਤੇ ਨਾਲੇ ਇਹ ਵਚਨ ਆਖਣੇ ਕੀਤੇ। ਕਿਰਪਾ ਦ੍ਰਿਸ਼ਟ ਕੋ ਦੇਸ਼ਨ ਦੇਖੀ। ਜਦੋਂ ਕਿਰਪਾ ਦ੍ਰਿਸ਼ਟੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਭਾਈ ਲੈਣਾ ਜੀ ਉੱਪਰ ਕੀਤੀ ਹੈ। ਸ਼ਰਧਾ ਉਪਜੀ ਹਿਰਦੇ ਵਿੱਚ ਕੀ। ਅੱਗੇ ਬੜੀ ਭਾਵਨਾ ਸ਼ਰਧਾ ਸੀ, ਕਹਿੰਦੇ ਉਹਦੇ ਨਾਲੋਂ ਹੋਰ ਦੁੱਗਣੀ ਚੌਗਣੀ ਹਿਰਦੇ ਵਿੱਚ ਸ਼ਰਧਾ ਪ੍ਰੇਮ ਭਾਵਨਾ ਪ੍ਰਗਟ ਹੋਈ ਹੈ। ਆਪਣੋ ਤਨ ਮਨ ਜੋਸਰ ਬੰਸ਼ੇ। ਆਪਣਾ ਤਨ ਔਰ ਮਨ ਸਭ ਕੁਝ ਭਾਈ ਲੈਣਾ ਜੀ ਨੇ ਸਮਰਪਣ ਕੀਤਾ। ਅਰਪਿਓ ਰਹਿਣ ਕੁਲ ਅਵਤੰਸੇ। ਕਹਿੰਦੇ ਨੇ ਆਪਣਾ ਸਭ ਕੁਝ ਜਦੋਂ ਅਸੀਂ ਸਮਰਪਣ ਹੋਵਾਂਗੇ ਨਾ ਉਦੋਂ ਹੀ ਕਹਿ ਸਕਦੇ ਹਾਂ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਗਿਆ ਲੱਗੇ ਨੇ। ਫਿਰ ਅਸੀਂ ਮੈਂ ਮੇਰੀ ਦੇ ਚੱਕਰ 'ਚ ਨਹੀਂ ਪਾਵਾਂਗੇ। ਭਾਈ ਲੈਣਾ ਜੀ ਨੇ ਸਭ ਸਮਰਪਣ ਕੀਤਾ। ਇਨ ਸੋ ਕਾਰਜ ਨਿਜ ਨਹਿ ਰਾਖਾ। ਕਹਿੰਦੇ ਨੇ ਮਹਾਰਾਜ ਜੀਓ ਮੈਂ ਆਪਣਾ ਸਭ ਕੁਝ ਸਮਰਪਣ ਕੀਤਾ, ਨਿਜ ਆਪਣੇ ਕੋਲ ਕੁਝ ਵੀ ਨਾ ਰੱਖਿਆ ਹੈ। ਗੁਰ ਅਨੁਸਾਰ ਬਦੀ ਅਬਿਲਾਖਾ। ਮੈਂ ਅੱਜ ਤੋਂ ਬਾਅਦ ਜਿਹੜਾ ਜੀਵਨ ਜਿਉਣਾ ਉਹ ਤੁਹਾਡੇ ਅਨੁਸਾਰ ਜਿਉਣਾ ਹੈ।
ਮੈਂ ਤੁਹਾਡੇ ਮੁਤਾਬਕ ਅੱਜ ਤੋਂ ਬਾਅਦ ਜੀਵਨ ਜੀਵਾਂਗਾ ਕਿਉਂਕਿ ਮੈਂ ਆਪਣਾ ਆਪਾ ਤੁਹਾਨੂੰ ਸਮਰਪਣ ਕੀਤਾ ਹੈ। ਕਾਮ ਨਾ ਕ੍ਰੋਧ ਹੰਕਾਰ ਨਾ ਧਾਰੀ। ਜੇ ਅਸੀਂ ਆਪਣਾ ਜੀਵਨ ਆਪਣੇ ਢੰਗ ਨਾਲ ਜੀਵਾਂਗੇ ਫਿਰ ਕਾਮੀਆਂ ਕ੍ਰੋਧੀਆਂ ਲੋਭੀਆਂ ਹੰਕਾਰੀਆਂ, ਤੇ ਜੇ ਅਸੀਂ ਗੁਰੂ ਸਾਹਿਬ ਦੇ ਮੁਤਾਬਕ ਜੀਵਾਂਗੇ ਫਿਰ ਅਸੀਂ ਸਬਰ ਸੰਤੋਖ ਦਇਆ ਧਰਮ ਇਹ ਗੁਣ ਨੇ ਸਾਡੇ ਅੰਦਰ। ਇਸ ਲਈ ਆਖਿਆ ਮਹਾਰਾਜ ਜੀ ਹੁਣ ਮੈਂ ਤੁਹਾਡੇ ਅਨੁਸਾਰ ਜੀਵਨ ਜਿਉਣਾ ਚਾਹੁੰਦਾ ਹਾਂ। ਆਪਣੇ ਮਾਨੇ ਤੋ ਕਿਛ ਕਰਹੀ। ਜੇ ਤੁਸੀਂ ਆਪਣਾ ਮੰਨਦੇ ਹੋ ਤੇ ਮੇਰੇ ਤੇ ਕਿਰਪਾ ਕਰੋ ਜੀ। ਜਾਣਿਓ ਸਭ ਕੁਛ ਸ਼੍ਰੀ ਗੁਰ ਕੇਰਾ। ਹੁਣ ਇਹ ਜੋ ਵੀ ਕੁਝ ਹੈ ਇਹ ਸਭ ਤੁਹਾਡਾ ਹੀ ਹੈ। ਚਰਨ ਧਿਆਨ ਔਰ ਪ੍ਰੇਮ ਘਨੇਰਾ। ਕਿਉਂਕਿ ਮੇਰਾ ਧਿਆਨ ਤੇ ਹੁਣ ਤੁਹਾਡੇ ਚਰਨਾਂ 'ਚ ਹੈ, ਮੇਰੇ ਹਿਰਦੇ ਵਿੱਚ ਤੁਹਾਡੇ ਪ੍ਰਤੀ ਪ੍ਰੇਮ ਹੈ। ਬਸ ਹੁਣ ਤੁਹਾਡੇ ਚਰਨਾਂ ਤੋਂ ਬਿਨਾਂ ਮੈਂ ਹੋਰ ਕਿਸੇ ਵੀ ਥਾਂ ਤੇ ਨਹੀਂ ਭਟਕਣਾ ਚਾਹੁੰਦਾ, ਕੇਵਲ ਤੁਹਾਡਾ ਆਸਰਾ ਲੈ ਕੇ ਜੀਵਨ ਜਿਉਣਾ ਚਾਹੁੰਦਾ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੋਹੇਲੇ ਰੱਖੋ ਰੱਖਣ ਹਰ ਦਇਆਲਾ ਨਾਨਕ ਘਰ ਕੇ ਗੁੱਲੇ। ਹੁਣ ਇੱਥੇ ਖੇਤਾਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਅੱਗੇ ਭਾਈ ਲਹਿਣਾ ਜੀ ਕੀ ਬੇਨਤੀ ਕਰਨਗੇ ਤੇ ਗੁਰੂ ਸਾਹਿਬ ਅੱਗੇ ਕੀ ਹੁਕਮ ਕਰਦੇ ਆ। ਜਿੱਥੇ ਭਾਈ ਲਹਿਣਾ ਜੀ ਨੇ ਆਖਿਆ ਵੀ ਮੈਂ ਅੱਜ ਤੋਂ ਤੁਹਾਡੇ ਦਰ ਦਾ ਸੇਵਕ ਹਾਂ, ਆਪਾਂ ਵੀ ਇਹੀ ਭਾਵਨਾ ਲੈ ਕੇ ਗੁਰੂ ਸਾਹਿਬ ਜੀ ਦੇ ਦਰ ਤੇ ਆਈਏ ਤੇ ਸਾਨੂੰ ਵੀ ਬੜੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਦੇ ਘਰ ਚੋਂ ਮਿਲਣਗੀਆਂ। ਇਸ ਲਈ ਭਾਵਨਾ ਰੱਖ ਕੇ ਆ ਕੇ ਕਹੀਏ ਨਾਨਕ ਘਰ ਕੇ ਗੋਲੇ ਨਾਨਕ ਘਰ ਕੇ ਗੋਲੇ ਨਾਨਕ ਕੇ ਗੋਲੇ ਨਾਨਕ ਕਰ ਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ ਤੁਮ ਹੀ ਸੱਜਣ ਸੁਹੇਲੇ ਤੁਮ ਹੀ ਸਜਣ ਸੋਹੇਲੇ ਤੁਮ ਹੀ ਸਜਣ ਸੋਹੇਲੇ। ਰਾਖੋ ਰਾਖਣ ਹਰ ਦਇਆਲਾ ਰਾਖੋ ਰਾਖਣ ਹਰ ਦਇਆਲਾ ਰਾਖੋ ਰਾਖਣ ਹਾਰ ਦਿਆਲਾ ਰਾਖੋ ਰਾਖਣ ਹਾਰ ਦਿਆਲਾ। ਰਾਖੋ ਰਾਖਣ ਹਰ ਦਇਆਲਾ ਰਾਖੋ ਰਾਖਣ ਹਰ ਦਇਆਲਾ ਰਾਖੋ ਰਾਖਣ ਹਾਰ ਦਿਆਲਾ ਰਾਖੋ ਰਾਖਣ ਹਾਰ ਦਿਆਲਾ। ਨਾਨਕ ਘਰ ਕੇ ਗੋਲੇ ਨਾਨਕ ਘਰ ਕੇ ਗੋਲੇ ਨਾਨਕ ਕੇ ਗੋਲੇ ਨਾਨਕ ਕਰ ਕੇ ਗੋਲੇ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਅਸੀਂ ਵੀ ਪਿਆਰ ਭਾਵਨਾ ਨਾਲ ਨਿਮਰਤਾ ਨਾਲ ਨਿਭ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਆਈਏ, ਬਾਣੀ ਤੇ ਬਾਣੀ ਦੇ ਧਾਰਨੀ ਬਣੀਏ ਤਾਂ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।